सतनाम श्री वाहिगुरु साहिब जी। कक्का केस पुंडर जब हुए, विण साबुण उजलिया। वाहिगुरु जी का खालसा, वाहिगुरु जी की फतेह। परम सत्कारयोग गुरु साहिब जी की साजी निवाजी गुरु स्वरूप गुरु खालसा साध संगत जीओ। आप सरबत संतां जो भी माई भाई नित दे बने हुए निजम अनुसार सतगुरु महाराज साहिब जी की अमृतमयी बाणी का लाहा लैण लई सतगुरां की बख्शी हुई सतसंगत दे पहुँचे हो। सतगुरां की पावन पवित्र हजूरी है और गरीब निवाज सतगुरां की तुरां तो आई हुई बाणी ਉਹਦਾ ਲਾਭ ਲੈਣ ਦੇ ਲਈ ਆਪਣੇ ਮਨੁੱਖਾ ਸਰੀਰ ਦੀ ਸਫਲਤਾ ਲਈ ਸਵਾਸਾਂ ਦੀ ਪੂੰਜੀ ਨੂੰ ਸਫਲਾਉਣ ਵਾਸਤੇ ਆਪਾਂ ਸਾਰਿਆਂ ਨੂੰ ਇਹ ਸਮਾਂ ਵਾਹਿਗੁਰੂ ਨੇ ਬਖਸ਼ਿਆ। ਸੋ ਆਓ ਮਨ ਬਿਰਤੀਆਂ ਇਕਾਗਰ ਕਰੋ। ਗੁਰਬਾਣੀ ਦਾ ਲਾਹਾ 3 ਪ੍ਰਕਾਰ ਕਰਕੇ ਗੁਰਮਤਿ ਦੇ ਸਿਧਾਂਤਾਂ ਅਨੁਸਾਰ ये 3 ढंग गुरबाणी तो लाहा प्राप्त करना। जिहड़े तिने तरीके ने उन्होंने ब्रह्म का ही चिंतन। पहला तरीका है सिख जगत के कोल बाणी का पाठ। बाणी का पाठ करना सहज पाठ है, अखंड पाठ है। नितनेम के रूप के भी तो बाणी का पाठ ही है। मैं 5 बाणियों का पाठ कर रहे हैं, 5 बाणियों का नितनेम कर रहे हैं। जो हमें शाम के वक्त का नितनेम है, 16 नाम की बाणी है, या फिर जपजी साहब के पाठ सुखनी साहब है, सहज पाठ है। जिहड़ा पाठ है ये द्वारा भी बंदगी हो रही है, परमेश्वर का चिंतन हो रहा है। और ये नाल छेवें पातशाह ने एक सचेत भी किया सिखो। कहते गुरसिखो भी पाठ करन दे नाल पुण्य तो वधणगे बहुत, ये कोई दो राह नहीं। क्योंकि पुण्य दान जप तप जेते सब उपर नाम सारिਆਂ तो उपर है। तो बाणी के अखर अखर दे विच नाम है। एक तो ये जिहड़ा सानू भुलेखा पाउण वाले जां भुलेखा जिन्हां नूं पिया होया है, जां जिहड़े अड्डियां चक के जोर भी इस गल ते लाया होया है जी नाम जपण वाले नूं बाणी पढ़न की लोड़ नहीं। बहुत सारे अमृतधारियों के नितनेम छड़ा दिते ना लोगों ने, पर सिक्खी की बुकल विच रह के कालजे छुरा मारन वाली गल है। इस तरह किसी की बुकल बह के दाड़ी पट्टण वाली बात है भी सिक्खी लिबास विच आके तुसीं ये गल कहो भी बाणी पढ़न की लोड़ नहीं। बहुत बड़ी माड़ी बात है। इथों उन्होंने ये साबित कर दिता भी नाम वखरा है तो बाणी वखरी। एक दीवार खड़ी कर रहे हैं बाणी और नाम दे विच। ते इन्हों जे पूछा जाए भी जिहड़ा ज्ञान तुहानूं हुण हो गया है ये गुरु साहब के वेले नहीं सी ये सिखां नूं ज्ञान। वो कहते महाराज आ बाणी काहनूं विचारण करी जाने हो, वाहिगुरू मंत्र हैगा असीं जप लिया करने कल्याण हो जूगी। ये मूल मंत्र ही बसेरा है, होर की लोड़ है।
ਇਹ ਮਹਾਰਾਜ ਨੂੰ ਰਹਿ ਦੇ ਦਿੰਦੇ, ਭਾਈ ਵਾਲਾ ਸਾਹਿਬ ਜੀ, ਭਾਈ ਮਰਦਾਨਾ ਜੀ ਜਾਂ ਹੋਰ ਭਾਈ ਜੀ ਕਿਉਂ ਨਹੀਂ ਹੋਏ ਸਕਦੇ? ਕਿਉਂਕਿ ਹੈ ਨਹੀਂ ਸੀ ਹੈਗਾ। ਬਾਣੀ ਔਰ ਨਾਮ ਦੋਨਾਂ ਨੂੰ ਇਉਂ ਹੈ ਵੀ ਜਿਵੇਂ ਦੁੱਧ ਤੇ ਪਾਣੀ ਇਕੱਠਾ ਹੈ, ਔਰ ਦੁੱਧ ਤੇ ਪਾਣੀ ਦੀ ਪ੍ਰੀਤੀ ਦੀ ਬਾਤ ਗੁਰਬਾਣੀ 'ਚ ਹੈ। ਰੇਮਨ ਐਸੀ ਹਰਸੋਂ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ। ਗੁਰਬਾਣੀ ਦਾ ਇੱਕ ਵੀ ਅੱਖਰ ਐਸਾ ਨਹੀਂ ਜਿਹਦੇ ਵਿੱਚ ਨਾਮ ਕਿਸੇ ਨਾ ਕਿਸੇ ਰੂਪ ਦੇ ਵਿੱਚ ਨਾ ਆਇਆ ਹੋਵੇ। ਮੈਨੂੰ ਕੋਈ ਕੱਢ ਕੇ ਦਿਖਾ ਦੇਵੇ ਇੱਕ ਲਾਈਨ ਗੁਰੂ ਗ੍ਰੰਥ ਸਾਹਿਬ ਦੀ, ਇੱਕ ਸਤਰ ਗੁਰੂ ਗ੍ਰੰਥ ਸਾਹਿਬ ਦੀ, ਇੱਕ ਪਦ ਗੁਰੂ ਗ੍ਰੰਥ ਸਾਹਿਬ ਦਾ ਕੱਢੋ ਤੇ ਕਿਸੇ ਵੀ ਵਿਦਵਾਨ ਨੂੰ ਪੁੱਛੇ ਵੀ ਇਹਦੇ 'ਚ ਨਾਮ ਕਿਵੇਂ ਆਇਆ ਜੀ? ਤੁਹਾਨੂੰ ਦਿਸਿਆ ਨਹੀਂ, ਤੁਹਾਡੀ ਅੱਖਾਂ ਨਹੀਂ ਹੈ, ਤੁਹਾਨੂੰ ਬੁੱਧ ਨਹੀਂ ਕੰਮ ਕਰਦੀ, ਤੁਸੀਂ ਇਹ ਕਿਉਂ ਕਹੀ ਜਾਣਾ? ਦੁੱਧ ਦੀ ਹਰ ਬੂੰਦ ਵਿੱਚ, ਇੱਕ ਨਿੱਕੀ ਤੋਂ ਨਿੱਕੀ ਬੂੰਦ ਵਿੱਚ ਵੀ ਉਹ ਦੁੱਧ ਦੇ ਵਿੱਚ ਘੀ ਮਿਲਿਆ ਹੋਇਆ। ਸਗਲ ਦੂਧ ਮਹਿ ਘੀਆ। ਬਨਸਪਤੀ ਦੀ ਹਰ ਤੀਲੇ ਵਿੱਚ ਅੱਗ ਮਿਲੀ ਹੋਈ ਹੈ। ਬਸ ਇਸੇ ਤਰ੍ਹਾਂ ਗੁਰਬਾਣੀ ਦੀ ਹਰ ਅੱਖਰ ਦੇ ਵਿੱਚ ਨਾਮ ਮਿਲਿਆ ਹੋਇਆ। ਜਿਵੇਂ ਇਹ ਦੋ ਪ੍ਰਮਾਣ ਦਿੱਤੇ ਹਨ, ਹੋਰ ਵੀ ਦਿੱਤੇ ਜਾ ਸਕਦੇ ਹਨ। ਤੇ ਇਸ ਕਰਕੇ ਹੈ ਕਿ ਜਦੋਂ ਕੋਈ ਦੁੱਧ ਪੀ ਰਿਹਾ ਹੈ ਤਾਂ ਸਮਝ ਲਓ ਵੀ ਉਹ ਘੀ ਉਹਦੇ ਅੰਦਰ ਜਾ ਰਿਹਾ ਹੈ। ਜਦੋਂ ਕੋਈ ਬਾਣੀ ਪੜ੍ਹ ਰਿਹਾ ਸਮਝ ਲਓ ਵੀ ਨਾਮ ਜਪ ਰਿਹਾ। ਸਭ ਤੋਂ ਸੌਖਾ ਤਰੀਕਾ ਬੰਦਗੀ ਦਾ ਗੁਰਬਾਣੀ ਦਾ ਪਾਠ ਕਰਨਾ, ਸਭ ਤੋਂ ਸੌਖਾ। ਜਿਹਦਾ ਮਨ ਜਲਦੀ ਕਾਬੂ ਨਾ ਆਉਂਦਾ ਹੋਵੇ ਤੇ ਜਿਗਿਆਸੂ ਵਿਦਿਆਰਥੀ ਦੀ ਨਿਆਈ ਹੈ, ਉਹਨੂੰ ਸਭ ਤੋਂ ਪਹਿਲਾਂ ਬਾਣੀ ਦਾ ਪਾਠ ਹੀ ਦਿੱਤਾ ਜਾਂਦਾ ਅਵਸਥਾ ਦੇ ਅਨੁਸਾਰ। ਚਲੋ, ਪਾਠ ਕਰੇ ਹੋਏ ਹੈ ਪੁੰਨ ਮਹਾਨਾ। ਪਾਠ ਕਰਨ ਦੇ ਨਾਲ ਮਹਾਰਾਜ ਕਹਿੰਦੇ ਵੀ ਮਹਾਨ ਪੁੰਨ ਪੈਦਾ ਹੋਣਗੇ। ਛੇਵੇਂ ਪਾਤਸ਼ਾਹ ਦਾ ਵਚਨ ਹੈ ਜੀ ਇਹ। ਅਗਲੀ ਤੁਕ ਦੇ ਵਿੱਚ ਕੀ ਕਿਹਾ? ਨਾਹੇ ਨਾ ਪ੍ਰਾਪਤ ਆਤਮ ਗਿਆਨ। ਕੱਲਾ ਪਾਠ ਕਰਨ ਦੇ ਨਾਲ ਆਤਮਾ ਦਾ ਗਿਆਨ ਨਹੀਂ ਹੋਇਆ। ਇਹ ਗੱਲ ਗੌਰ ਕਰਨ ਵਾਲੀ ਹੈ। ਪਾਠ ਦਾ ਦੂਸਰਾ ਰੂਪ ਹੈ ਕੀਰਤਨ। ਪਾਠ ਨਾਲੋਂ ਕੀਰਤਨ ਦੇ ਵਿੱਚ ਜ਼ਿਆਦਾ ਮਨ ਲੱਗਦਾ ਹੈ। ਕਿਉਂ? ਸਾਜ਼ਾਂ ਦੀ ਕਨਕੋਰ, ਉਹਨਾਂ ਨੂੰ ਸੁਣ ਕੇ ਮਨ ਉੱਥੇ ਇਕੱਠਾ ਹੁੰਦਾ ਹੈ। ਸੰਗੀਤ ਕਲਾ ਇੱਕ ਐਸੀ ਹੈ ਜਿਹੜੀ ਮੋਹਿਤ ਕਰਦੀ ਹੈ ਮਨ ਨੂੰ। ਰਾਗ ਦੇ ਵਿੱਚ ਇੱਕ ਸ਼ਕਤੀ ਹੈ ਜੋ ਇਕੱਠਾ ਕਰਦਾ ਮਨ ਨੂੰ। ਹੈ ਭਾਂਡਾ ਹੀ ਹੈ, ਰਾਗ ਇੱਕ ਭਾਂਡਾ ਹੀ। ਇਸ ਕਰਕੇ ਫਿਰ ਇਹ ਰਾਗ ਦਾ ਪ੍ਰਭਾਵ, ਸੰਗੀਤ ਕਲਾ ਦਾ ਜਿਹੜਾ ਪ੍ਰਭਾਵ ਹੈ, ਉਹਦੇ ਨਾਲ ਸ਼ਬਦ ਗੁਰਬਾਣੀ ਦਾ ਮਿਲ ਗਿਆ। ਇਹਨੂੰ ਅਸੀਂ ਕੀਰਤਨ ਕਹਿੰਦੇ ਹਾਂ। ਤੇ ਇਹਦੇ ਵਿੱਚ ਮਨ ਜਿਹੜਾ ਹੈ, ਇਹ ਪਾਠ ਦਾ ਹੀ ਇੱਕ ਦੂਸਰਾ ਰੂਪ ਹੈ। ਇਹ ਪਾਠ ਤੋਂ ਵੱਖਰਾ ਨਹੀਂ ਹੈ। ਮੈਂ ਤਾਂ ਇਹ ਵੀ ਰਾਗੀ ਸਿੰਘ ਸਾਹਿਬਾਨਾਂ ਤੋਂ ਸੁਣਿਆ, ਭਾਈ ਹਰਜਿੰਦਰ ਸਿੰਘ ਜੀ ਸ਼੍ਰੀਨਗਰ ਵਾਲੇ, ਉਹ ਕਹਿ ਰਹੇ ਸਨ, ਕਹਿੰਦੇ ਇੱਕ ਬੰਦਾ ਮੈਨੂੰ ਮਿਲਿਆ। ਉਹਨੇ ਕਿਹਾ, ਭਾਈ ਸਾਹਿਬ ਜੀ, ਮੈਂ ਤੁਹਾਡੀਆਂ ਇੰਨੀਆਂ ਕੈਸਟਾਂ ਸੁਣੀਆਂ ਹੈ, ਪਤਾ ਨਹੀਂ ਉਹਨੇ 400 ਕਿਹਾ ਸੀ, ਕਦੀ 4000 ਕਿਹਾ ਸੀ, ਉਹਨੇ ਤਾਂ ਮੇਰੇ ਖਿਆਲ ਨਹੀਂ ਹੈ। ਕਹਿੰਦਾ ਵੀ ਬਹੁਤ ਕੈਸਟਾਂ ਸੁਣੀਆਂ, ਮੈਂ ਗੱਡੀ ਦੇ ਵਿੱਚ ਤੁਹਾਡੀਆਂ ਕੈਸਟਾਂ ਰੱਖੀਆਂ ਹੋਈਆਂ, ਮੈਂ ਹਰ ਵੇਲੇ ਹੀ ਕੀਰਤਨ ਸੁਣਦਾ ਰਹਿੰਦਾ। ਭਾਈ ਸਾਹਿਬ ਸੁਣੇ ਗਏ, ਕਹਿੰਦੇ ਵੀ ਹਜ਼ਾਰਾਂ ਕੈਸਟਾਂ ਸੁਣੀਆਂ, ਸ਼ਬਦ ਇੰਨੇ ਸੁਣੇ ਨਾ, ਇਹਦਾ ਸਿੱਖੀ ਸਰੂਪ ਨਹੀਂ। ਦਾੜੀ ਇਹਦੀ ਕੱਟੀ ਹੋਈ ਹੈ, ਸ਼ਰਾਬ ਇਹ ਪੀਂਦਾ ਹੈ, ਤੇ ਕੀਰਤਨ ਵੀ ਸੁਣਾਈ ਜਾਂਦਾ ਹੈ। ਕਹਿੰਦੇ, ਮੈਂ ਕਿਹਾ ਵੀ ਪੁੱਛਦਾ ਨਾ ਮੈਂ। ਕਹਿੰਦੇ, ਭਾਈ ਸਾਹਿਬ ਜੀ, ਬਈ ਜੋ ਤੂੰ ਕੀਰਤਨ ਸੁਣਦਾ ਹੈ, ਚਲੋ ਤੇਰਾ ਧੰਨਵਾਦ ਹੈ, ਤੂੰ ਕੀਰਤਨ ਸੁਣਦਾ ਹੈ, ਉਹਦੇ ਵਿੱਚ ਤੈਨੂੰ ਵੀ ਕੀ ਰਸ, ਕਿਹੜੀ ਥਾਂ ਤੋਂ ਕੀ ਆਉਂਦਾ ਰਸ?
कहते जी तुहाडी आवाज़ दे विचों ते साजां चों रस मैनूं बहुत आउंदा है। कहते शब्द चों कहते वो तो मेरे समझ में नहीं आਉਂਦਾ। ਜਿਹਦੇ ਗੁਰਬਾਣੀ ਦਾ ਸ਼ਬਦ ਸਮਝ ਨਹੀਂ ਆਉਂਦਾ ਤੇ ਰਸ ਕਿੱਥੋਂ ਆ ਰਿਹਾ ਹੈ? ਸਾਜ਼ਾਂ ਚੋਂ, ਆਵਾਜ਼ ਚੋਂ। ਕਿੱਥੇ ਖੜਾ ਸੰਸਾਰ? ਆਵਾਜ਼ ਚੋਂ ਰਸ ਲੈ ਰਹੇ। ਮੇਰੇ ਖੁਦ ਨਾਲ ਵੀ ਇਹ ਸੌਦਾ ਹੈ। ਲੁਧਿਆਣੇ ਜ਼ਿਲ੍ਹੇ ਵਿੱਚ ਅਮੇਦਪੁਰ ਪਿੰਡ ਹੈ। ਨੌਜਵਾਨ ਕਦੀ ਗੁਰਦੁਆਰੇ ਨਹੀਂ ਸੀ ਆਇਆ। ਉੱਥੇ ਦੀਵਾਨ ਸੀ 4-5 ਤੇ ਉਹ ਆਉਣ ਲੱਗ ਗਿਆ। ਪਿੰਡ ਵਾਲੇ ਪੁੱਛਦੇ ਨੇ ਕਾਕਾ ਤੂੰ ਕਦੀ ਵੀ ਗੁਰਦੁਆਰੇ ਨਹੀਂ ਆਇਆ? ਕਹਿੰਦਾ ਹਾਂ ਜੀ ਮੈਂ ਕਦੀ ਵੀ ਨਹੀਂ ਆਇਆ। ਇਹ ਹੁਣ ਰੰਧਾਵੇ ਵਾਲਾ ਆਇਆ, ਤੂੰ ਰੋਜ਼ ਹੀ ਗੁਰਦੁਆਰੇ ਆ ਰਿਹਾ? ਕਹਿੰਦਾ ਹਾਂ ਜੀ ਮੈਂ ਰੋਜ਼ ਆਇਆ। ਦੀਵਾਨ ਸੁਣਦਾ ਔਰ ਮੂਹਰੇ ਬਹਿ ਕੇ ਸੁਣਦਾ? ਕਹਿੰਦਾ ਹਾਂ। ਕਹਿੰਦੇ ਚਲੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਵੀ ਸਭ ਤੋਂ ਵਿਗੜਿਆ ਹੋਇਆ ਬੰਦਾ ਸਾਡੇ ਪਿੰਡ ਦਾ ਵੀ ਉਹ ਆਉਣ ਤਾਂ ਲੱਗ ਗਿਆ, ਪਰ ਤੈਨੂੰ ਇਹ ਪੁੱਛਦੇ ਆ ਵੀ ਤੈਨੂੰ ਕੁਛ ਚੰਗਾ ਲੱਗਦਾ? ਕਹਿੰਦਾ ਜੀ ਬਹੁਤ ਚੰਗਾ ਲੱਗਦਾ। ਰਸ ਆਉਂਦਾ ਕੀਰਤਨ ਜੋ? ਕਹਿੰਦਾ ਜੀ ਬਹੁਤ ਹੀ ਆਉਂਦਾ। ਉਹ ਪੁੱਛਣ ਵਾਲਾ ਵੀ ਗੁਰਮੁਖ ਇਹੋ ਜਿਹਾ ਸੀ ਵੀ ਉਹਨੇ ਤਹਿ ਤੱਕ ਜਾਣਾ ਚਾਹੁੰਦਾ ਸੀ। ਕਹਿੰਦਾ ਤੈਨੂੰ ਰਸ ਕਿਸ ਚੀਜ਼ ਚੋਂ ਆਉਂਦਾ? ਉਹ ਕਹਿੰਦਾ ਦੇਖੋ ਜੀ ਜਦੋਂ ਤੁਹਾਡਾ ਬਾਬਾ ਉਹ ਕਿਹੜਾ ਗਾਂ ਸਤਸੰਗੀ ਸੀ ਵੀ ਜਿਹੜਾ ਉਹਨੇ ਜੀ ਕਹਿਣਾ। ਕਹਿੰਦਾ ਜਦੋਂ ਇਹ ਤੁਹਾਡਾ ਬਾਬਾ ਰੰਧਾਵਾ ਵਾਲਾ ਕਹਿੰਦਾ ਜਦੋਂ ਕੀਰਤਨ ਕਰਦਾ ਹੈ, ਕਹਿੰਦਾ ਚਿਮਟੇ ਜਾਂਦੇ ਨੇ ਸਿਰ ਉੱਤੇ ਨੂੰ ਐ ਤਾਹਾਂ ਨੂੰ, ਢੋਲਕੀ ਵੱਜਦੀ ਹੈ। ਕਹਿੰਦਾ ਕਿਆ ਬਾਤ ਹੈ ਜੀ। ਕਹਿੰਦਾ ਮੈਨੂੰ ਇੰਨਾ ਰਸ ਆਉਂਦਾ, ਕਹਿੰਦਾ ਮੇਰਾ ਤਾਂ ਸਿਰ ਹਿੱਲਣ ਲੱਗ ਜਾਂਦਾ। ਅਗੇ ਫਿਰ ਕਹਿੰਦਾ ਜਦੋਂ ਗੱਲਾਂ ਜਿਹੀਆਂ ਕਰਨ ਲੱਗ ਜਾਂਦਾ, ਕਥਾ ਮਤਲਬ ਜਦੋਂ ਗੱਲਾਂ ਜਿਹੀਆਂ ਕਰਨ ਲੱਗ ਜਾ, ਕਹਿੰਦਾ ਮੈਂ ਕਿਹਾ ਯਾਰ ਕੁਛ ਨਹੀਂ ਵੀ ਹੁਣ ਤਾਂ ਐਵੇਂ ਹੀ ਹੈ ਬਸ, ਹੁਣ ਤਾਂ ਸਮਾਂ ਖਾਣ ਵਾਲੀ ਉਹ ਗੱਲ ਹੈ। ਲੋਹੇ ਚੋਂ ਰਸ ਆਉਂਦਾ ਹੈ, ਚਮੜੇ ਚੋਂ ਰਸ ਆਉਂਦਾ ਹੈ, ਸ਼ਬਦ ਚੋਂ ਰਸ ਨਹੀਂ ਹੁੰਦਾ। ਕਿੱਥੇ ਖੜਾ ਸੰਸਾਰ? ਮੁਕਤੀ ਕਿੱਥੇ ਹੋਏਗੀ? ਸੋ ਇਸ ਕਰਕੇ ਪਾਠ ਦਾ ਦੂਜਾ ਰੂਪ ਹੈ ਕੀਰਤਨ। कलयुग की प्रधान कर्म है। कलयुग में कीर्तन प्रधाना, गुरमुख जपिया लाए थे आना। पर जे बंदगी रूप दे पाठ होएगा तो बंदगी का फल, बंदगी रूप कीर्तन होएगा। भाई अवतार सिंह जी दिल्ली वाले, कौन नहीं जानता उन्होंने? क्या बात है। जदों आसा की वार का टाइम हो गया, किसी के घर भी भाई साहब ठहरे हुए ना, तो उत्थे आसा की वार का कीर्तन कर देना, जे गुरुद्वारे नहीं। रस वो बंदगी है। इस करके दूसरा है भी कीर्तन की महानता है। कल में एहो पुन गुण गोबिंद का है। और महर्षि व्यास ने तो कीर्तन के मतलब एक ऐसी गुझी बात भी कही है, तो वो कहते हैं यतमान वरतम, कहते यतमान ते कहते जे जेडे जिन्ने भी पाप है ना तीन समय अंदर, वर्तमान जत पापं जद भूतम जद विविचति तत्सभ्यं निर्देहतासु गोविंद अनल कीर्तन। ये संस्कृत है, ये जिमें घड़े च रोड के खड़कते होंगे ना, ऐ खड़कती होंगी, ऐ का पता लगता नहीं भी की कहता है। चाहे मैं कहाँ चाहे कोई, इस करके बहुत ये अर्थों का ही ख्याल रखना ना। थोड़े शब्द कंठ होना है, ये कंठ नहीं होंगे होंगे, संस्कृत औखी है। वर्तमान जद पापम, कहते वर्तमान समय के अंदर ऐ जीव जो तू पाप कर रहा है, यद भूतम जो पीछे कर आया है, और जो अगे नू करेगा। वर्तमान जद पापम जद भूतम जद विविचति। अगर तिन्ना समयां दे पापां नूं तूं फूकना चाहुंदा है तो मैं तैनूं एक अग दसदा है जिहड़ी इन्हां पापां नूं फूकेगी। वो की है? गोबिंद अनल कीर्तन। गोबिंद का कीर्तन कहते अग दी न्याई पापां दियां लकड़ां नूं फूकण वास्ते ये एक चंगियाड़ी का काम करदा है। ईंधन की तो मुँह घना गोरी दीती मुपे। इस करके बंदगी समझ के करो, बंदगी है तो नहीं फिर आ तो है ही, कन्ना रस तो हैगी है फिर।
ਪਾਠ ਰੂਪ ਦੇ ਅੰਦਰ, ਕੀਰਤਨ ਰੂਪ ਦੇ ਅੰਦਰ। ਇਹ ਪਾਠ ਦੇ ਦੋ ਰੂਪ ਹਨ। ਤੀਸਰਾ ਰੂਪ ਹੈ ਕਥਾ ਦਾ, ਜਿਹੜਾ ਤੁਸੀਂ ਕਰ ਰਹੇ ਹੋ। ਸਭ ਤੋਂ ਸ੍ਰੇਸ਼ਟ ਦੁਨੀਆ ਦੇ ਵਿੱਚ, ਪੂਰੇ ਧਾਰਮਿਕ ਦੁਨੀਆ ਜਿੱਥੇ ਤੱਕ ਜੀ ਰਹੀ ਹੈ, 750 ਧਰਮ ਲੋਕਾਂ ਦੇ ਵਿੱਚ ਪ੍ਰਚਲਿਤ ਹੋ ਚੁੱਕੇ। ਉਹਨਾਂ ਦੇ 'ਚ 4 ਧਰਮ ਹੈ ਜਿਹੜੇ ਬਹੁਤੇ ਮੁੱਖ ਹਨ, ਉਹਨਾਂ ਦੇ ਵਿੱਚੋਂ ਭੜਾਂਕ ਬਹੁਤ ਫੁੱਟ ਚੁੱਕੇ ਹੈ ਸਾਰਿਆਂ ਧਰਮਾਂ। 3000 ਬੋਲੀਆਂ ਸੰਸਾਰ 'ਚ ਬੋਲੀਆਂ ਜਾ ਰਹੀਆਂ। ਇਕੱਲੇ ਹਿੰਦੁਸਤਾਨ 'ਚ 750 ਬੋਲੀਆਂ ਬੋਲੀਆਂ ਜਾ ਰਹੀਆਂ। ਔਰ ਫਿਰ 7 ਅਰਬ ਦੇ ਵਿੱਚ ਮਨੁੱਖ ਜਾਤੀ ਜੀ ਰਹੀ ਹੈ। ਲਗਭਗ 7 ਅਰਬ ਲੋਕਾਂ ਦੇ ਵਿੱਚ 750 ਧਰਮਾਂ ਦੇ ਵਿੱਚ ਸਭ ਤੋਂ ਸ੍ਰੇਸ਼ਟ ਧਰਮ ਜੇ ਕੋਈ ਹੈ ਤਾਂ ਸਿੱਖ ਧਰਮ ਹੈ। 7 ਅਰਬ ਲੋਕਾਂ ਦੇ ਵਿੱਚ ਜੇ ਕਿਤੇ ਵੱਖਰੀ ਪਹਿਚਾਨ ਹੈ ਤਾਂ ਸਿੱਖ ਦੀ। 3000 ਬੋਲੀਆਂ 'ਚ ਸਰਬ ਸਰੋਮਣ, ਸਭ ਤੋਂ ਉੱਚੀ ਜੇ ਕੋਈ ਬੋਲੀ ਹੈ ਤਾਂ ਉਹ ਗੁਰਮੁਖੀ ਹੈ। ਤੋ ਇਸ ਕਰਕੇ ਸਤਿਗੁਰਾਂ ਦੀ ਉੱਤਮਤਾਈ ਪੜ੍ਹਨੀ ਹੈ ਤਾਂ ਕਲਯੁਗ ਦੇ ਕੀਰਤਨ ਨੂੰ ਪ੍ਰਧਾਨਤਾ ਕਿਹਾ, ਪਰ ਕਥਾ ਨੂੰ ਉੱਤਮ ਕਿਹਾ। ਸਭ ਤੇ ਊਤਮ ਹਰ ਕੀ ਕਥਾ, ਨਾਮ ਸੁਣਤ ਦਰਦ ਦੁੱਖ ਮਿਟਾ। ਆਓ, ਸਭ ਤੋਂ ਉੱਤਮ ਜਿਹੜੀ ਕਥਾ ਹੈ, ਇਹਦਾ ਲਾਹਾ ਆਪ ਜੀ ਕਹਿੰਦੇ ਹੋ। ਪੱਟੀ ਲਿਖੀ ਬਾਣੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਨੇ, ਜਿਹਨੂੰ ਅੱਜ ਹੁਣ ਆਪਾਂ ਨਨਕਾਣਾ ਸਾਹਿਬ ਕਹਿੰਦੇ ਆ, ਰਾਏ ਭੂਮੀ ਦੀ ਤਲਵੰਡੀ, ਤੇ ਉਹਦੇ ਨਾਲ ਹੀ ਗੋਪਾਲ ਪਾਧੀ ਦਾ ਘਰ ਹੈ, ਜਿੱਥੇ ਜਨਮ ਸਥਾਨ ਗੁਰੂ ਨਾਨਕ ਸਾਹਿਬ ਜੀ ਦਾ। ਇਹ ਪਾਧੀ ਦਾ ਘਰ ਸੀ ਜੀ। ਉੱਥੇ ਪੱਟੀ ਦੇ ਨਾਂ 'ਤੇ ਗੁਰਦੁਆਰਾ ਸਾਹਿਬ ਬਣਿਆ ਹੋਇਆ। ਉੱਥੇ ਬੈਠੇ ਸ਼ਹਿਨਸ਼ਾਹ, ਤੇ ਕੁਝ ਅੱਖਰਾਂ ਦੀ ਵਿਚਾਰ ਪਿੱਛੋਂ ਕੱਕੇ ਅੱਖਰ ਤੋਂ ਅੱਜ ਸ਼ੁਰੂ ਹੋ ਰਹੀ ਹੈ। ਸੁਣੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕੱਕਾ ਕੇਸ ਪੁੰਡਰ ਜਬ ਹੋਏ। ਇਹ ਮਹਾਰਾਜ ਸਾਹਿਬ ਕਹਿੰਦੇ, ਹੈ ਪਾਦਾ ਜੀ, ਮੈਂ ਤੈਨੂੰ ਕੱਕੇ ਅੱਖਰ ਦਾ ਸਿਧਾਂਤ ਦੱਸਾਂ। ਜਦੋਂ ਕੇਸ ਕਹਿਣਾ ਹੋਵੇ ਤਾਂ ਕੱਕਾ ਅੱਖਰ ਮੂਹਰੇ ਹੈ। ਕੱਕਾ ਬੱਚਿਆਂ ਨੂੰ ਪੜ੍ਹਾਉਣਾ ਹੋਵੇ, ਪੁਰਾਣੇ ਸਮੇਂ ਦੇ ਵਿੱਚ ਤਾਂ ਉੱਥੇ ਵੀ ਉਹ ਜਿਹੇ ਉਦਾਹਰਨਾਂ, ਹੁਣ ਤਾਂ ਵਧੀਆ ਵਧੀਆ ਉਦਾਹਰਨਾਂ ਦੇਣ ਲੱਗੇ। ਇੱਧਰ ਵੀ ਪੜ੍ਹੇ ਲਿਖੇ ਹੈ, ਬਹੁਤ ਚੰਗਾ ਕੰਮ ਕਰ ਰਹੇ ਹੈ ਗੁਰਮੁਖੀ ਪੜ੍ਹਾਉਣ ਵਾਲੇ। ਅੱਗੇ ਤਾਂ ਜੇ ਬੱਚੇ ਨੂੰ ਊੜਾ ਪੜ੍ਹਾਉਣਾ ਨਾ, ਊਠ ਦੀ ਫੋਟੋ ਲਾ ਕੇ ਕਹਿ ਊੜਾ ਊਠ, ਉਹਨੂੰ ਊੜਾ ਊਠ ਕਹਿਣਾ ਪੈਂਦਾ। ਤੇ ਇਸ ਪ੍ਰਕਾਰ ਦੇ ਕੱਕੇ ਅੱਖਰ ਦੁਆਰਾ ਕੱਕੇ ਦੇ ਨਾਲ ਕੇਸ ਕਹਿ ਹੁੰਦਾ। ਪਾਦਾ ਜੀ ਕੱਕਾ ਅੱਖਰ ਕੀ ਕਹਿੰਦਾ? ਕੇਸਾਂ ਵੱਲ ਇਸ਼ਾਰਾ ਕਰਦਾ ਹੈ। ਪਾਦੇ ਦੇ ਤਾਂ ਹੱਥ ਜੋੜਿਆ, ਉਹ ਤਾਂ ਜਿਵੇਂ ਨਾ ਕਿਤੇ ਤੀਰ ਮਾਰ ਕੇ ਸ਼ਿਕਾਰੀ ਨੇ ਭੋਏ ਸਿੱਟ ਲਿਆ ਹੋਵੇ, ਸ਼ਿਕਾਰ ਬਸ ਤੜਫਦਾ ਹੁੰਦਾ, ਜੇ ਮਰਿਆ ਵੀ ਨਹੀਂ ਹੁੰਦਾ, ਪਰ ਉਹ ਤੁਰਨ ਜੋਗਾ ਵੀ ਨਹੀਂ ਰਹਿੰਦਾ। ਕਬੀਰ ਸਤਿਗੁਰੂ ਸੂਰ ਮੈਂ ਬਾਹਿਆ ਬਾਣ ਜੋ ਇਹ, ਪਾਦਾ ਦਾ ਸਿੱਟਿਆ ਪਿਆ ਧਰਤੀ ਤੇ। ਕਹਿੰਦੇ ਪਾਦਾ ਜੀ ਕੱਕੇ ਦੇ ਨਾਲ ਮੈਂ ਤੈਨੂੰ ਦੱਸਦਾ, ਕੱਕੇ ਦੇ ਨਾਲ ਕੇਸ ਕਹਿ ਹੁੰਦੇ ਆ? ਕਹਿੰਦੇ ਹਾਂ ਜੀ। ਕਹਿੰਦੇ ਤੈਨੂੰ ਸੌਖੀ ਸਮਝ ਆਊਗੀ। ਕੱਕਾ ਅੱਖਰ ਕੀ ਕਹਿੰਦਾ ਹੈ? ਕਿ ਤੇਰੇ ਸਿਰ ਦੇ ਕੇਸ ਹਨ ਜਿਹੜੇ, ਜਾਂ ਦਾੜੇ ਦੇ ਜਿਹੜੇ ਬਾਲ ਹੈ ਤੇਰੇ, ਤੇ ਹਮਾਰੇ ਸਿਰ ਦੇ ਕੱਕਾ ਕੇਸ ਪੁੰਡਰ ਜਬ ਹੋਏ। ਡਾਕਟਰ ਭਾਈ ਵੀਰ ਸਿੰਘ ਦੀ ਬਿਲਕੁਲ ਦਰੁਸਤ ਬਾਤ ਹੈ। ਉਹ ਕਹਿੰਦੇ ਨੇ ਅਗਰ ਥੋੜ੍ਹਾ ਜਿਹਾ ਧਿਆਨ ਰੱਖਿਆ ਜਾਵੇ ਨਾ ਤਾਂ ਗੁਰਬਾਣੀ ਦੀ ਅਰਥ ਨਾ ਗੁਰਬਾਣੀ 'ਚੋਂ ਹੀ ਲੱਭ ਜਾਂਦੇ। ਹੁਣ ਪੁੰਡਰ ਸ਼ਬਦ ਪਏ ਤੇ ਮਹਾਰਾਜ ਸਾਹਿਬ ਜੀ ਦੇ ਅੰਮ੍ਰਿਤ ਸਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪਹਿਲ ਪੁਰੀਏ ਪੁੰਡਰਿਕ ਬਣ, ਪੁੰਡਰ ਸ਼ਬਦ ਲੱਭਣਾ ਤਾਂ ਦੇਖੋ ਉੱਥੋਂ ਇਹ ਲਿਖਿਆ ਹੋਇਆ। ਉੱਥੇ ਕੀ ਕਿਹਾ ਹੈ? ਇਹ ਸਭ ਤੋਂ ਔਖਾ ਹੁਕਮਨਾਮਾ ਹੈ ਅਰਥ ਕਰਨ ਵਾਸਤੇ। ਪਹਿਲ ਪੁਰੀਏ ਪੁੰਡਰਿਕ ਬਣਾ, ਜਿਹੜਾ ਨਾ ਅਰਥ ਵਾਸਤੇ। ਇੱਕੋ ਸਾਡੇ ਜਥੇ ਦਾ ਸਿੰਘ ਸੀ, ਮੈਨੂੰ ਉਹਦਾ ਨਾਮ ਦਾ ਤਾਂ ਨਹੀਂ ਪਤਾ,
ਗਿਆਨੀ ਚੰਗਾ ਬਣ ਗਿਆ, ਬਹੁਤ ਜ਼ਿਆਦਾ ਵਧੀਆ ਕਥਾ ਕਰ ਲੈਂਦਾ ਸੀ। ਇਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਮਹਾਂਪੁਰਖਾਂ ਦੇ ਜਥੇ ਦੇ ਵਿੱਚੋਂ ਹੀ ਸੀ। ਅਤੇ ਉਹਨੂੰ ਥੋੜ੍ਹਾ ਜਿਹਾ ਹੰਕਾਰ ਹੋ ਗਿਆ। ਉਹ ਵੀ ਹੌਲੀ ਹੌਲੀ ਜਦੋਂ ਬਿਮਾਰੀ ਦਾ ਇਲਾਜ ਨਾ ਹੋਵੇ ਫਿਰ ਵੱਧ ਜਾਂਦੀ ਹੈ। ਉਹ ਹੰਕਾਰ ਦੀ ਬਿਮਾਰੀ ਵੱਧ ਗਈ। ਹੰਕਾਰ ਕੀ ਸੀ? ਕਹਿੰਦਾ ਜਿੱਥੋਂ ਮਰਜ਼ੀ ਹੁਕਮਨਾਮਾ ਆ ਜਾਵੇ ਮੈਂ ਉਸ ਦੇ ਕਰ ਦੂੰਗਾ। ਵੀ ਕੁਦਰਤ ਨੂੰ ਹੰਕਾਰ ਨਹੀਂ ਪਾਉਂਦਾ। ਹਰ ਜੋ ਅਹੰਕਾਰ ਨਾ ਪਾਵੀ ਬੇਵਕੂਫ ਨਾ ਵੈ। ਉਹ ਇੱਕ ਦਿਨ ਐਸਾ ਸਮਾਂ ਬਣਿਆ, ਉਹਨੇ ਅਰਥ ਕਰਨੇ ਸੀ। ਉਹ ਸਿੰਘਾਂ ਨੇ ਕਿਹਾ ਤਾਂ ਵੀ ਵਿਗਿਆਨੀ ਜੀ ਮਾਣ ਨਹੀਂ ਕਰਨਾ ਚਾਹੀਦਾ, ਗੁਰਬਾਣੀ ਹੈ। ਕਹਿੰਦਾ ਨਹੀਂ, ਮੇਰੀ ਇੰਨੀ ਉਹ ਮਿਹਨਤ ਹੀ ਨਹੀਂ, ਮੈਨੂੰ ਆਪਣੀ ਮਿਹਨਤ 'ਤੇ ਮਾਣ ਹੈ। ਇਹ ਮਾਣ ਕਿੱਥੇ ਛੱਡਦਾ ਹੈ? ਤਾਂ ਹਰਨਾਕਸ਼ ਵਰਗਿਆਂ ਨੇ ਨਹੀਂ ਛੱਡਿਆ ਮਾਣ। ਉਹ ਬੈਠਾ ਚੌੜਾ ਹੋਇਆ, ਪਤਾ ਹੈ ਨਹੀਂ ਵੀ ਹੁਕਮਨਾਮਾ ਕਿਹੜਾ ਹੁੰਦਾ। ਮੰਗਲ ਕੀਤਾ, ਮੰਗਲ ਕਰਕੇ ਜਦੋਂ ਹੁਣ ਹੁਕਮਨਾਮਾ ਲੈਣ ਵਾਲੇ ਨੇ, ਕਿਉਂਕਿ ਪਹਿਲਾਂ ਕੀਰਤਨ ਹੋ ਰਿਹਾ ਸੀ ਅਤੇ ਉਹਨੂੰ ਪਤਾ ਹੈ ਨਹੀਂ ਸੀ ਵੀ ਕਿਹੜਾ ਹੁਕਮਨਾਮਾ ਆਇਆ ਵਾ। ਜਰ ਮਾਲਾ ਚੁੱਕਿਆ 100 ਕੋ ਅਟਲ ਗੁਰੂ ਸੇਵੀਏ ਕਹਿ ਦਿੱਤਾ, ਐਨ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁੱਖ ਜਾਏ। ਲੋਕਾਂ ਦਾ ਤਾਂ ਦੁੱਖ ਚਲਿਆ ਗਿਆ ਵੀ ਜਿਸ ਵੇਲੇ ਹੁਕਮਨਾਮੇ ਦੀ ਤੁਕ ਬੋਲੀ ਪਹਿਲੀ, ਤੇ ਗਿਆਨੀ ਜੀ ਦੀਆਂ ਦਿਮਾਗ ਦੀਆਂ ਭਿਰਜੀਆਂ ਜਿਹੜੀਆਂ ਭਵੀਰੀਆਂ ਘੁੰਮਣ ਲੱਗ ਗਈਆਂ ਵੀ ਬਣੂਗਾ ਕੀ ਹੈ। ਲੱਲਾ ਬਾਬਾ ਦਾ ਕਰੀ ਗਿਆ ਪਰ ਅਰਥ ਨਹੀਂ ਬਣੇ। ਬਾਅਦ ਹੀ ਉੱਥੇ ਹੱਥ ਜੋੜ ਕੇ ਕਹਿੰਦਾ ਸਾਧ ਸੰਗਤ ਜੀ ਅੱਜ ਤੋਂ ਬਾਅਦ ਮੈਂ ਹੰਕਾਰ ਨਹੀਂ ਕਰੂੰਗਾ ਵੀ ਜਿੱਥੋਂ ਮਰਜ਼ੀ ਹੁਕਮਨਾਮਾ ਆ ਜਾਵੇ। ਕਹਿੰਦਾ ਸਹੀ ਤਾਂ ਇਹੀ ਗੱਲ ਹੈ ਵੀ ਹੁਕਮਨਾਮੇ ਦੇ ਅਰਥ ਮੇਰੇ ਕੋਲ ਹੋਏ ਨਹੀਂ, ਹੋ ਹੀ ਨਹੀਂ ਸਕਦੇ, ਕਿਵੇਂ ਹੋ ਜਾਣਗੇ? ਇਹਦੀ ਤਾਂ ਬਹੁਤ ਮਿਹਨਤ ਦੀ ਲੋੜ ਹੈ। ਇਹ ਸਮਰੱਥਾ ਸੀ ਵੱਡਿਆਂ ਦੀ, ਪਰ ਮਾਣ ਨਹੀਂ ਸੀ ਕਿਤੇ ਕਰਿਆ। ਮਾਲਵੇ ਦੇ ਇਲਾਕੇ 'ਚ ਵਿਚਦਿਆਂ ਇੱਕ ਥਾਂ 'ਤੇ ਥੋੜ੍ਹਾ ਜਿਹਾ ਪੜਾਅ ਕੀਤਾ ਅਤੇ ਉਹ ਪ੍ਰਬੰਧਕਾਂ ਦਾ ਵਿੱਚੋਂ ਇੱਕ ਗੁਰਮੁਖ ਕਹਿੰਦਾ ਹੱਥ ਜੋੜ ਕੇ ਕਹਿੰਦਾ ਮਹਾਰਾਜ ਜੀ ਅੱਜ ਸਾਨੂੰ ਇਹ ਸ਼ਬਦ ਦੇ ਅਰਥ ਸੁਣਾਓ। ਚੰਗਾ ਹੋਏ, ਅਰਥ ਤਾਂ ਦਿੱਤੇ ਸੁਣਾ ਸੰਤਾਂ। ਉੱਥੇ ਦਾ ਸਮੁੰਦਰ ਸੀ, ਪਰ ਗਾਹਾਂ ਨੂੰ ਕਹਿੰਦੇ ਭਾਈ ਗੁਰਮੁਖਾ ਵੀ ਅੱਗੇ ਤੋਂ ਇਹ ਬਚਨ ਕਿਸੇ ਨੂੰ ਵੀ ਕਰਨਾ ਨਹੀਂ ਚਾਹੀਦਾ। ਕਹਿੰਦੇ ਜੀ ਕਿਉਂ? ਕਿੰਨਾ ਆਨੰਦ ਆਇਆ। ਕਹਿੰਦੇ ਭਾਈ ਕਥਾ ਤਾਂ ਬਾਚਕੀ ਕਰਨੀ ਚਾਹੀਦੀ ਹੈ, ਇਸ ਕਰਕੇ ਨਾ ਨਾਲੇ ਤਾਂ ਹੰਕਾਰ ਨਹੀਂ ਰਹਿੰਦਾ ਵੀ ਮੈਨੂੰ ਤਾਂ ਪਹਿਲਾਂ ਹੀ ਆਉਂਦਾ ਸਭ ਕੁਛ। ਅਤੇ ਦੂਸਰੀ ਬਾਤ ਹੈ ਗੁਰਬਾਣੀ ਹੈ, ਕੋਈ ਪਦ ਰਹਿ ਜਾਏ ਉਹ ਠੀਕ ਨਹੀਂ। ਇਸ ਕਰਕੇ ਅਤੇ ਇਹ ਐਸਾ ਨਹੀਂ ਕਰਨਾ ਕਿਸੇ ਨੂੰ ਜੀ ਆਹ ਸ਼ਬਦ ਸੁਣਾ ਦਿਓ। ਇਹ ਸੰਗਤ ਦੀ ਗੱਲ ਹੈ। ਉਸ ਤਰ੍ਹਾਂ ਪੁੱਛ ਲਓ ਪ੍ਰਾਈਵੇਟ ਜਿਹਨੂੰ ਮਰਜ਼ੀ ਵੀ ਆਹ ਦੱਸੋ ਜੀ, ਉਹ ਗੱਲ ਵੱਖਰੀ ਹੈ। ਤੋ ਇਸ ਕਰਕੇ ਪੁੰਡਰ ਜਿਹੜਾ ਸ਼ਬਦ ਹੈ ਇਹ ਚਿੱਟੇ ਕਮਲ ਦਾ ਨਾਮ ਹੈ। ਹੁਣ ਚਟਿਆਈ ਦਾ, ਬੱਗੇਪਣ ਦਾ, ਉਜਲਤਾਈ ਦਾ ਪ੍ਰਮਾਣ ਜਿਹੜਾ ਲੈਣਾ ਹੈ, ਗੁਰੂ ਨਾਨਕ ਸਾਹਿਬ ਨੇ ਕਹਿੰਦੇ ਕੱਕੈ ਕੇਸ ਪੁੰਡਰ ਜਬ ਹੋਏ। ਜਦੋਂ ਕੇਸ ਜਿਹੜੇ ਨਾ ਉਹ ਚਿੱਟੇ ਕਮਲ ਵਰਗੇ ਜਿਹੜੇ ਨਾ ਇੰਨੇ ਬੱਗੇ ਹੋ ਗਏ ਕਿ ਕਾਲਾ ਵਾਲੇ ਰਿਹਾ ਹੀ ਕੋਈ ਨਹੀਂ ਹੈ। ਕਹਿੰਦੇ ਇਹ ਪਾਦਾ ਜੀ ਜਿਸ ਵੇਲੇ ਐਸੀ ਸਰੀਰ ਦੀ ਅਵਸਥਾ ਹੋ ਗਈ, ਹੋ ਜਾਂਦੀ ਹੈ, ਹੋ ਗਈ ਕਈਆਂ ਨੂੰ, ਹੋਏਗੀ, ਕਿਉਂਕਿ ਬਾਲ ਜਵਾਨੀ ਔਰ ਬਿਰਧਪਨ तीन अवस्था जान। ये तीसरी अवस्था बुढ़ापे की है। कहते जदों ये हो गए चिट्टे बाल जिहड़े हन विर साबुण उजलिया ते कहते चिट्टे कपड़े नूं मैल लग जावे वो तां साबण दे नाल उहनूं मुड़ के फेर चिट्टा कर लईदा। पर कहते तेनू कालियां तो चिट्टे करन वास्ते कहते रब ने कोई साबण भी नहीं लाया, चिट्टे करते दुध वर्गे। ये कईयां नूं पसंद नहीं है चिट्टे जिहड़े बाल नूं। कहते मैं वो गुरसिख बच्चियां दा धन्नवाद करदा हुन्ना। हारमोन के कारण कई बीबियां दे दाड़ियां मुछां बहुतियां आउण लग गईयां है।
है औरत जाति ਲਈ ਔਖਾ, पर धन ਉਹ सिख बचियां ने जिन्हां ने एक रोम भी बेअद भी नहीं की। ठीक है जिहा परमात्मा ना उन्हां दे घर वालियां ने कभी इतराज किया कांता दे, पर हुण उन्हां नूं की कहिए भाई, बाणा भी गुरु का पाया बीबिया ने, भरवटिया का बाल भी नहीं एक छड्डिया, वो भी एन साफ किए पे है। पहला कितने हो गया अमृतधारी हो के भी आप कुछ करी कराई जाते हो। ये बाणा काहदे वास्ते, सुहापण वास्ते, गलत बात है। ते धौले बाल ये स्वीकार नहीं है। गुरु गोबिंद सिंह साहब महाराज दे कोल एक सिख दे किते एक धौला आया, सिर्फ एक, बाकी सारे काले वाल से। महाराज साहब ने उन्होंने जफ्फी भर के प्यार किया, जिवें साहबजादे नूं प्यार करदे, कहंदे वाह ओए सिखा वाह, ए धन है ओ सिखा, बस ऐ होर कुछ नहीं। उन्हें जाके शीशे च मूँह देखा, कहंदा भी मैनू महाराज साहब जी ने बड़ा प्यार किया, ਇਹਦਾ मतलब भी मैं बहुत सोहना। ਤੇ ਧੌਲਾ ਵਾਲ ਸੀ ਜਿਹੜਾ ਉਹ ਚੁਟਕੀ ਦੇ ਨਾਲ ਪੱਟ ਕੇ ਉਹ ਮਾਰਿਆ ਬਗਾ। ਅਗਲੇ ਦਿਨ ਮਾਰੇ, ਕਹਿੰਦੇ ਮੇਰੀ ਅੱਖਾਂ ਦੇ ਪਰੇ ਹੋ ਜਾ। महाराज कल तू जफ्फी भर के प्यार करदे ते अज की हो गया? कहंदे कल तेरे कोल हीरे सी ते अज तेरे कोल कौड़ियां। महाराज साहब जी कहंदे जे काले दिते तां काले हंडाओ, जदों चिट्टे आ गए ये ते इतराज ना करो। इन्हां नूं यतन किया जाता है। और नाले ये जिहड़ा डाई डूई करते हैं ना, ये कदे इन्होंने सेहत विग्यान पढ़िया ही नहीं ना सुनिया। बालां दे नाल वो जिहड़े कैमीकल चमड़ी दे विच जांदे आ ते चमड़ी दे विचों अगे खून विच जांदा है कैमीकल, ते खून विच जाके कैंसर पैदा करदा। देखण नूं मैं जंग लगना चाहिए, धौले वाला चंगा नहीं लगता। शेरे पंजाब महाराजा रणजीत सिंह साहब ते चेहरा काम उन्होंने जुरड़ियां तो रहत सी, जवान वर्गा, पर बाल सारे धौले हो गए। तो शेरे पंजाब महाराजा रणजीत सिंह साहब नूं एक बारी जिहड़े ना राजनीतिक लोग राजियां दे कोल तां सारे तरह की वैरायटी होंदी, कहण लगे महाराजा देखो शरीर तुहाडा तैयार पर तैयार है, बलवान भी है, पर धौले आउण दे नाल नाल लोकी कहंदे सिखां दा राजा बुढ़ा हो गया। ये तुसीं थोड़ा जिहा जतन कर लो। कहंदे की जतन करां? कहंदे भी तुसीं कल्फ ला लो, उहनूं कल्फ कहंदे, हुण डाई कहंदे तुसीं, कहंदे कल्फ ला लो, जाणी काले कर लो बाल। वो कहंदा गल सुन लो, बाल तां काले कर लूं, पर मैनू ना मरवा दिओ किते भी। अगे इमली नाल वढ के कुटिया सी सिंह साहब ने, मैनू पहला आग्या लै लैण दो, उन्ना चिर मैं नहीं डाई करने बाल, मैं नहीं कल्फ लाउणी, मैं डरदा हां अकाली फूला सिंह तो भी कोरड़े मारन लग्या देर नहीं कीती भी, इस करके वो धर्म दे विच भी सिख मत दे विच ऐसा कर सकते जां नहीं, मैनू आग्या लै लैण दो। अकाल किहड़ा पै रह गया अकाल तख्त दे जहदार दा? लोकां दे कहे ते हुक्मनामे जारी कर दिंदे, राजनीति लोकां दे कहे ते हुक्मनामे जारी करदे, राजनीति लोगों के कहे हुक्मनामे वापस लै लेंगे। लोग प्रभाव खत्म ही कर देती वो कहानी, जो प्रवास इको डर से अकाल तख्त। 84 के वेले याद होगा तुहानूं, कांग्रेस सरकार का राज सी, पर जिहड़े सिखां नूं हुक्मनामा जारी हो गया, डंडौतां करते आउंदे सी बूटा सिंह वर्गे, मैनू माफ़ करा दिओ किसी तरह। बरनाले नूं 3 साल तनखाहिया करार दिता रहा। वो कहता सी, कहता एक सिंह नूं दसदा, कहता जी मैनू पता भी 3 साल किवें कटे, प्रभाव सी उस वेले तक, पर हुण नहीं। हुण तां जे उन्हां दे मालकां ने कह दिता सरसे वाले नूं बरी कर दिओ, कर दो जी। सरसे वाला कहता मैं नहीं आउणा, चिट्ठी भेज दूंगा। वो कहते चल तू भेज तो सही, चिट्ठी दे माफ़ कर देंगे, तू भेज तो सही। आह हाल हो रहा। खैर
शेरे पंजाब ने अपना एक बंदा भेजा, कहने लगे जी भी वो ऐसा है भी वो सिंह गाहां किते सिंह साहब उस वेले अपना कफाब तैयार करते, वो किते रुझे हुए सी। वो शेरे पंजाब कहता जाके किते ऐ ना कहती भी महाराज शेरे पंजाब ने भेजा, महाराजा रणजीत सिंह ने जाके कहीं जी पंथ के सेवक ने सुनेहा भेजा, कहते जी पंथ के सेवादार ने तुहाडे कोल मैनूं भेजा। कहते किहड़े सेवादार? कहते जी रणजीत सिंह ने। अच्छा हाँ की लोड़ पै गई रणजीत सिंह नूं? कहते जी वो किसी ने कह कू दिता माड़ा मोटा भी बाल जिहड़े ने इन्हां नूं कलफ कुलफ ला के भी चंगे जंग लगोगे। वो कहते सिंह साहब आग्या देणगे तां मैं ऐसा कर लेना भी गुरमत अनुसार, जे ये मैनूं पता नहीं जी भी इनूं दसो भी ये कैसा है। सिंह साहब कहने लगे अच्छा, कहते मेरे तो हथ रुझे हुए ने, तू ही लिख लै मेरे वालों 2 अखर। कहते जी लिखना। कहते लिया इत्थे कलों लिया, मेरे वालों लिख दे। की लिखा जी? वाह वाह सिंह साहब होवे तां ऐसे ही हो। कहते उन्होंने कह दिओ काणे ढगे नूं, काणा कहा काणा, उन्होंने कह दिओ काणे ढगे नूं ओए ना काला करना ही बगे नूं। अंत में जे मरना है फिर मुँह काला क्यों करना है? अंत में जे मरना है मुँह काला करके मरना। तो इस करके है कि कक्के केस पुंडर जब हुए, चिट्टे कमल वर्गे बिन साबुने उजलिया, चिट्टे हो गए ऐसे भी साबण तो बिना ही, जिमें है तो बड़ी इस चाल कहते कपड़े नूं तां साबण ला के उजला करदे, कहते तेरे कालियां तो आप ही चिट्टे हो गए। अगे दसदे ने हे पादा जी जमराजी के हेरू आए। कहते हुण गल समझण वाली है पादा जी, इनू तौले ना समझ, इनू चिट्टे वाल ना समझ। ये धर्मराज का सुनेहा है, जमराज का। ते जम लोक का जिहड़ा राजा है ना, धर्मराज कहते हैं, ये उहदे हेरू आए है। हेरू के 2-3 अर्थ बनते हैं। हेरू नाम सेलू का भी हुंदा है। मेरा ख्याल थोड़े वाली बोली च ज़्यादा समझ आऊ, जिहड़ा ना सेलू की है सेल्समैन, आखे जी मैं सेल्समैन है, सेल करने वाला। ये भी सेल्समैन है, सेलू ने है। क्योंकि दूसरा अर्थ है हेरू नाम देखण दा हुंदा है। हेरू एक पुराने समय दे विच चोरां दे रखे हुंदे सी हेरू। वो की करते सी, उन्होंने लोगों के धन के उत्ते निगाह रखनी है भी कितने रखा हुआ, चोरी नहीं करनी आप। हेरू बस उन्होंने तो दसना है भी फलाने थां फलाने को धन है तो रखा फलाने था है, वो तो इन्नी होनी ड्यूटी है, पूरी सेहत दे देनी हो, चोरी दूजे ने करनी। उन्होंने कहते हेरू। धर्मराज ने हेरू रखे हुए है कि तुसी जाके निगाह रखो, बाकी धन जिहड़ा वो फिर लैण वाले होर चोर हैगे आ। वो की है जिहड़े धौले वाल न, ये तो है हेरू। ते ये निगाह आनी चाहिए भी इत्थे हुण वो धन हैगा जीव आत्मा रूपी, जिहड़ा जमदूतां रूपी चोरां ने आके फिर इत्थों लुटना है, इहदे चों देह दे विचों। जमराजे के हेरू आए। दूसरा ये है कि धर्मराज के भेजे हुए हेरू जमदूत आए। बस ये समझ लो, ये धर्मराज के भेजे हुए दूत न जिहड़े धौले वाल न। कालीदास एक साडे देश का उगा कवि बड़ा, बड़ी सोहनी गल कीती है उसने। कवियां दी गल्लां सारियां सोहणियां आउंदियां ने, पर इत्थे आके इहदे नाल मिलदी गल कीती है। कहना कालीदास जे बिगड़ गई कालियां तो तां धौलियां नाल सवार पाई। जे काले वालां दे नाल कालियां करतूतां हो गईयां, काले वालां दे नाल गुनाह हो गए काले, ओ तेरे कोल समा अजे
ਤੈਨੂੰ ਹੁਣ ਬਾਲਾ ਨੇ ਸੂਚਨਾ ਦੇ ਦਿੱਤੀ ਹੈ, ਹੁਣ ਤੂੰ ਚਿੱਟੇ ਕੰਮ ਕਰਨੇ ਸ਼ੁਰੂ ਕਰ ਦੇ। ਜਦੋਂ ਚਿੱਟਾ ਵਾਲ ਇੱਕ ਆ ਜਾਵੇ ਉਦੋਂ ਰੱਬੀ ਸੁਨੇਹਾ ਸਮਝ ਲਵੇ ਹੁਣ ਤੋਂ ਬਾਅਦ ਗੁਨਾਹ ਕਰਨੇ ਬੰਦ ਕਰ ਦਿਓ। ਇਹ ਨਹੀਂ ਵੀ ਪਹਿਲਾਂ ਗੁਨਾਹ ਕਰਦੇ ਰਹੋ, ਜੇ ਹੋ ਗਏ ਤਾਂ ਆਦਤਾਂ ਬਦਲ ਜਾਓ। ਸ਼ਰਾਬ ਪੀਂਦੇ ਸ਼ਰਾਬ ਛੱਡ ਦਿਓ, ਬੇਵਿਚਾਰ ਕਰਦਾ ਬੇਵਿਚਾਰ ਛੱਡ ਦਿਓ, ਕਿਉਂਕਿ ਰੱਬ ਦਾ ਸੁਨੇਹਾ ਆ ਗਿਆ ਵੀ ਹੁਣ ਤੂੰ ਬਦਲ ਜਾ, ਤੇ ਨਹੀਂ ਤਾਂ ਫਿਰ ਤਿਆਰ ਰਹੀ। ਮੇਰੇ ਇੱਕ ਘਟਨਾ ਯਾਦ ਆ ਗਈ, ਵਰਤੀ ਹੋਈ ਘਟਨਾ ਹੈ, ਦੁਖਦਾਈ ਘਟਨਾ ਸੀ ਬਹੁਤ। 1.5 ਸਾਲ ਦੇ ਵਿੱਚ ਸਾਡੇ ਪਰਿਵਾਰ ਦੇ 7 ਮੌਤਾਂ ਹੋਈਆਂ ਸੀ। 1.5 ਸਾਲ ਦੇ ਵਿੱਚ ਹੋਰ ਸਾਡੇ ਨਗਰ ਚੋਂ ਨਹੀਂ ਸੀ ਕੋਈ ਮਰਿਆ, ਤੇ ਸਾਡਿਆਂ ਦੀ ਲਾਈਨ ਲੱਗ ਗਈ ਸੀ। ਪਰ ਅਲਬਤ 100 ਤੋਂ ਵੱਡਾ ਸਾਡਾ ਮੈਂਬਰ ਸੀ ਮਾਤਾ ਜੀ, ਸਭ ਤੋਂ ਛੋਟੀ ਸੀ ਮੇਰੀ ਲੜਕੀ। ਤੇ ਮੇਰੇ ਸੰਬੰਧੀ ਉੱਥੇ ਜਦੋਂ ਲੜਕੀ ਦੇ ਜਿਹੜੇ ਅੰਗੀਠਾ ਸੰਭਾਲਣ ਲੱਗੇ, ਛੋਟੀ ਸੀ ਕਿਉਂਕਿ ਸਿੱਖ ਧਰਮ ਦੇ 'ਚ ਹੈ ਨਾ ਵੀ ਉਹਦਾ ਸੰਸਕਾਰ ਹੀ ਕਰਨਾ, ਚਾਹੇ ਛੋਟਾ ਹੋਵੇ ਵੱਡਾ ਹੋਵੇ। ਉਹ ਮੇਰਾ ਭਤੀਜਾ ਕਹਿਣ ਲੱਗਿਆ, ਰੋ ਪਿਆ ਉੱਥੇ। ਮੈਂ ਕਿਹਾ ਉਹ ਕੀ ਹੋ ਗਿਆ ਤੈਨੂੰ ਮਰੀਜ਼? ਆਪਾਂ ਵੱਡੀਆਂ ਵੱਡੀਆਂ ਲਾਸ਼ਾਂ ਜਿਹੜੀਆਂ ਅਰਥੀਆਂ ਚੁੱਕੀਆਂ ਜਵਾਨਾਂ ਦੀਆਂ, ਇਹ ਨਿੱਕਾ ਜਿਹਾ ਫੁੱਲ ਸੀ, ਤੂੰ ਕਿਉਂ ਰੋਇਆ? ਕਹਿੰਦਾ ਨਹੀਂ, ਕਹਿੰਦਾ ਚਾਚਾ ਜੀ ਵੀ ਪਤਾ ਨਹੀਂ ਕੀ ਕੋਈ ਹੋ ਗਿਆ, ਆ ਸਾਰੀ ਲਾਈਨ ਆਪਣਿਆਂ ਦੀ ਉਹ ਲੱਗੀ ਪਈ ਆ ਬੜੀ। ਮੈਂ ਕਿਹਾ ਇਹਨੂੰ ਇਹ ਕਹਿੰਦੇ ਆ ਭਾਣਾ ਹੁਕਮ ਹੈ। ਤੇ ਹੁਣ 2 ਜਵਾਨਾਂ ਦੀਆਂ ਇਕੱਠੀਆਂ 6-6 ਫੁੱਟ ਇਕੱਠੇ ਇੱਕ ਦਿਨ 2 ਅਰਥੀਆਂ ਤੁਰੀਆਂ ਸੀ ਸਾਡੇ ਘਰ। ਸਮਾਂ ਬੜਾ ਬਲਵਾਨ ਹੈ। ਤੇ ਉਦੋਂ ਬਾਅਦ ਇੱਕ ਹੋਰ ਨੌਜਵਾਨ ਚੜ੍ਹਾਈ ਕਰਦਾ, ਸਾਡੇ ਪਰਚਾਉਣੀ ਕਰਨ ਵਾਸਤੇ ਲੋਕ ਆਏ, ਤੇ ਮੈਂ ਬੈਠਾ ਲੋਕਾਂ ਦੇ ਵਿੱਚ, ਨਗਰ ਦੇ ਲੋਕ ਖੁਸ਼ਹਾਲ ਦੇ ਹਮਦਰਦੀ ਹੁੰਦਾ ਹੈ ਵੀ ਚਲੋ ਬਾਣੀ ਪੜ੍ਹ ਕੇ ਉਹਨਾਂ ਨੂੰ। ਉਹ ਸਾਡੇ ਇੱਥੇ ਭਾਈ ਸਾਹਿਬ ਦੇ ਕੋਲ ਇੱਕ ਹਾਫਮੈਨ ਜਾਂ ਕਹਿ ਲਓ ਉਹਨੂੰ, ਬੰਦਾ ਅੱਧਾ ਪਾਗਲ ਤੇ ਅੱਧਾ ਠੀਕ ਵੀ ਸੀ, ਤੇ ਉਹ ਵਿੱਚ ਆ ਬੈਠਿਆ। ਮੈਂ ਕਿਹਾ ਇਹ ਪਾਗਲ ਵਿੱਚ ਬਹਿ ਗਿਆ ਵੀ ਹੁਣ ਇਹਦਾ ਪਤਾ ਕੋਈ ਨਹੀਂ ਵੀ ਬੋਲੂਗਾ ਕੀ ਇਹ ਜਿਵੇਂ ਹੁਣ ਇਹਨੂੰ ਉਠਾਉਣਾ ਹੈ ਤਾਂ ਵੀ ਠੀਕ ਨਹੀਂ ਗੱਲ। ਚਲੋ ਉਹ ਉਹੀ ਗੱਲ ਹੋ ਗਈ, ਬੈਠਾ ਬੈਠਾ ਬੋਲ ਪਿਆ, ਕਹਿੰਦਾ ਲੋਕਾਂ ਨੂੰ ਸ਼ਰਮ ਹੀ ਨਹੀਂ ਹੈ। ਮੈਂ ਕਿਹਾ ਤੂੰ ਚੁੱਪ ਕਰਕੇ ਬਹਿ ਜਾ, ਵੀ ਭਾਈਚਾਰਾ ਕਹਿਣਗੇ ਵੀ ਇਹ ਸਾਨੂੰ ਸੁਣਾ ਰਿਹਾ। ਕਹਿੰਦਾ ਮੈਂ ਕੋਈ ਮਾੜੀ ਗੱਲ ਕਹਿ ਦਿੱਤੀ, ਲੋਕ ਬੇਸ਼ਰਮ ਨੇ। ਮੈਂ ਕਿਹਾ ਉੱਠ ਕੇ ਚਲੇ ਜਾ। ਕਹਿੰਦਾ ਹੱਦ ਹੋ ਗਈ, ਕਹਿੰਦਾ ਉਹ ਗਿਆਨੀ ਬਣਿਆ ਫਿਰਦਾ, ਮੈਨੂੰ ਕਹਿੰਦਾ ਮੇਰੀ ਗੱਲ ਸਮਝਦਾ ਨਹੀਂ ਹੈ। ਮੈਂ ਕਿਹਾ ਕੀ ਗੱਲ ਹੈ? ਉਹਨੂੰ ਨੋਟਿਸ ਤਾਂ ਨਹੀਂ ਕਹਿਣਾ ਹੁੰਦਾ, ਨੋਸਟ ਕਹਿੰਦਾ ਸੀ, ਕੋਈ ਅਨਪੜ੍ਹ ਜਿਹਾ ਬੰਦਾ ਅੱਧਾ ਪਾਗਲ। ਕਹਿੰਦਾ ਮੈਂ ਤਾਂ ਕਹਿੰਦਾ ਵੀ ਲੋਕ ਇੰਨੇ ਬੇਸ਼ਰਮ ਹੋ ਗਏ, ਕਹਿੰਦਾ ਜਿਹਨੇ ਕਰਜ਼ਾ ਲਿਆ ਹੋਵੇ, ਕਹਿੰਦਾ ਇੱਕ ਨੋਟਿਸ ਆ ਜਾਵੇ ਇੱਕ, ਕਹਿੰਦਾ ਉਹ ਉਸ ਵੇਲੇ ਫਿਕਰ ਪੈ ਜਾਂਦਾ, ਕਹਿੰਦਾ ਵੀ ਹੁਣ ਕੀ ਕਰਾਂਗੇ ਕਰਜ਼ਾ। ਕਹਿੰਦੇ 2 ਆ ਜਾਵੇ 3, ਕਹਿੰਦਾ ਫਿਰ ਰਿਸ਼ਤੇਦਾਰਾਂ ਦੇ ਪੁੱਛਦਾ ਵੀ ਤੁਸੀਂ ਪੈਸੇ ਦੇ ਦਿਓ ਜੀ ਮੈਂ ਕਿਸ਼ਤ ਭਰਨੀ ਹੈ। ਕਹਿੰਦਾ ਬੇਸ਼ਰਮ ਲੋਕ ਵੀ ਨੋਟਿਸਾਂ ਦੇ ਨਾਲ ਘਰ ਭਰ ਗਿਆ, ਕਹਿੰਦਾ ਫੇਰ ਵੀ ਨਹੀਂ ਫਿਕਰ। ਮੈਂ ਕਿਹਾ ਉਹ ਕਹਿਣਾ ਕੀ ਹੈ? ਕਹਿੰਦਾ ਚਾਚਾ, ਕਹਿੰਦਾ ਜਿਹੜੇ ਤੋਲੇ ਬਾੜ ਨੇ ਦਰਗਾਹ ਦੇ ਨੋਟਿਸ ਮਹਾ ਜਾ ਹੋਵੇ ਤੈਨੂੰ ਲੋਕ ਸਧਾਰਨ ਕਹਿੰਦੇ ਆ, ਤੈਨੂੰ ਹਾਫਮੈਨ ਕਹਿੰਦੇ ਆ, ਔਰ ਤੂੰ ਤਾਂ ਪੂਜਣਯੋਗ ਆ। ਐਡਾ ਵੱਡੀ ਗਿਆਨ ਦੀ ਗੱਲ ਤੂੰ ਇਹੋ ਜਿਹੇ ਮੌਕੇ ਕੀਤੀ ਜਿੱਥੇ ਜਵਾਨ ਮਰਿਆ ਹੋਇਆ, ਤੇ ਉਸ ਵੇਲੇ ਲੋਹੇ ਗਰਮ ਦੇ ਉੱਤੇ ਸੱਟ ਮਾਰ ਦਿੱਤੀ। ਮੈਂ ਪਾਗਲ ਜਿਹਾ ਬੰਦਾ ਸੀ। ਜਣੀ ਜੀ ਦਾ ਮੂੰਹ ਸਿਰ ਭਰ ਗਿਆ ਧੌਲਿਆਂ ਦੇ ਨਾਲ। ਇਹ ਦਰਗਾਹ ਦੇ ਨੋਟਿਸ ਇਕੱਠੇ ਹੋ ਗਏ ਨੇ। ਬੁਲਾਵਾ ਹੈ ਚਿੱਟੇ ਬਾਲਾਂ ਦੁਆਰਾ। ਇਹ ਗੁਰੂ ਨਾਨਕ ਦਾ ਉਪਦੇਸ਼ ਹੈ ਬਈ। ਰਾਏ ਭੋਇੰ ਦੀ ਤਲਵੰਡੀ ਪਰਦੇ ਦੇ ਕਰ ਬੈਠੇ ਕਹਿ ਰਹੇ, ਬਿਨਾਂ ਸਾਬਰ ਤੋਂ ਉਜਲੇ ਹੋ ਗਏ। ਦਰਗਾਹ ਦਾ ਸੁਨੇਹਾ ਆ ਗਿਆ, ਪਾਦਾ ਜੀ ਤੈਨੂੰ ਮਾਇਆ ਕੈ ਸੰਗਲ ਬੰਦ ਲਿਆ। ਤੇ ਫਿਰ ਹੋਏਗਾ ਕਿ ਜਿਉਂ-ਜਿਉਂ ਬੁਢਾਪਾ ਆਉਂਦਾ ਹੈ, ਮਹਾਰਾਜ ਕਹਿੰਦੇ ਪਾਦਾ ਜੀ ਤਿਉਂ-ਤਿਉਂ ਮੋਹ ਦੇ ਸੰਗਲ ਜਿਹੜੇ ਨੇ, ਮਾਇਆ ਨੇ ਮੋਹ ਦੇ ਸੰਗਲਾਂ ਦੇ ਨਾਲ ਬੰਨ੍ਹ ਦਿੱਤਾ ਹੈ ਇਸ ਨੂੰ। ਪਹਿਲਾਂ ਆਪਣੇ ਬੱਚੇ ਪਾਲੇ, ਫਿਰ ਬੱਚਿਆਂ ਦੇ ਬੱਚੇ ਪਾਲੇ, ਉਦੋਂ ਪੀੜ੍ਹੀ ਗਾਹਾਂ ਵਾਲੀ ਵੀ ਚਲੇਗੀ, ਦੋਤਰੇ ਹੋ ਗਏ, ਪੋਤਰੇ ਹੋ ਗਏ, ਤੇ ਫਿਰ ਕੀ ਹੋਇਆ? ਮੋਹ ਉਹਨਾਂ ਦੇ ਨਾਲ ਜਾ ਰਹੇ ਪੈ, ਪਰਿਵਾਰ ਨਾਲ, ਬੱਚਿਆਂ ਦੇ ਬੱਚਿਆਂ ਨਾਲ। ਇਹ
ਕਹਿੰਦੇ ਮਾਇਆ ਨੇ ਸੰਗਲਾਂ ਦੇ ਨਾਲ ਬੰਨਿਆ। ਜਿਹੜੇ ਮੁਜਰਮ ਨੂੰ ਪਹਿਲਾਂ ਜਿਹੜੇ ਪੁਲਿਸ ਵਾਲੇ ਆ ਨਾ, ਪਹਿਲਾਂ ਉਹਨੂੰ ਨੈੜਦੇ ਆ, ਫਿਰ ਉਦੋਂ ਬਾਅਦ ਉਹਦੇ ਨਾਲ ਹਿਸਾਬ ਕਿਤਾਬ ਕਰਦੇ। ਇੰਡੀਆ ਦੇ ਵਿੱਚ ਤਾਂ ਹੁਣ ਵੀ ਹੈਗੇ ਨੇ ਇਸ ਤਰ੍ਹਾਂ, ਇੱਥੇ ਉਹਦੇ ਚਲੋ ਕੁਛ ਹੋਰ ਤਰ੍ਹਾਂ ਦੀ ਬਾਤ ਹੈ। ਇਹ ਧਰਮ ਰਾਜ ਨੇ ਸਮਝ ਲਓ ਵੀ ਬੰਨ ਲਿਆ ਤੈਨੂੰ, ਜਿਹੜਾ ਤੂੰ ਹੁਣ ਵੀ ਆਪਣੇ ਪਰਿਵਾਰ ਦਾ ਮੋਹ ਨਹੀਂ ਨਾ ਛੱਡ ਰਿਹਾ। ਯਾਦ ਰੱਖੀ, ਪੰਕ ਜੋ ਮੋਹ ਪਗ ਨਹੀਂ ਚਾਲੇ, ਹਮ ਦੇਖੈ ਤੈ ਡੂਬੇ। ਡੁੱਬੇਗਾ, ਡੁੱਬਣ ਵਾਲੇ ਕੰਮ ਕਰ। ਧਰਮ ਸ਼ਾਸਤਰ ਕਹਿੰਦਾ ਕਿ ਜਦੋਂ ਉਮਰ 50 ਵਰਿਆਂ ਦੀ ਹੋ ਜਾਏ, 50 ਵਰਿਆਂ ਤੱਕ ਰੱਜ ਕੇ ਧਨ ਕਮਾ ਲਓ, ਮਕਾਨ ਬਣਾ ਲਓ, ਬੱਚਿਆਂ ਨੂੰ ਪੈਰਾਂ ਤੇ ਖੜੇ ਕਰ ਦਿਓ, ਜ਼ਿੰਮੇਵਾਰੀਆਂ ਸਾਰੀਆਂ ਤੋਂ ਫਿਰ ਜਦੋਂ 50 ਸਾਲ ਦੀ ਉਮਰ ਹੋ ਜਾਏ, 51ਵਾਂ ਸਾਲ ਲੱਗ ਗਿਆ, ਉਦੋਂ ਬਾਅਦ ਬੱਚਿਆਂ ਨੂੰ ਕਹਿ ਦੇਵੇ ਤੁਸੀਂ ਜਾਣੋ ਤੇ ਤੁਹਾਡਾ ਕੰਮ ਜਾਣੇ, ਤੇ ਮੈਨੂੰ ਹੁਣ ਗਾਹਾਂ ਦੀ ਦੁਨੀਆ ਵਾਸਤੇ ਕੁਝ ਕਰ ਲੈਣ ਦਿਓ, ਮੈਂ ਰਹੂੰ ਤੁਹਾਡੇ ਵਿੱਚ ਹੀ। ਜੇ ਤੈਨੂੰ ਪੁੱਤਰਾ ਲੋੜ ਪਊਗੀ ਤਾਂ ਮੈਨੂੰ ਪੁੱਛ ਪਛ ਨਹੀਂ ਤਾਂ ਮੈਨੂੰ ਉਹਦੀ ਵੀ ਲੋੜ ਨਹੀਂ। 2 ਵੇਲੇ ਰੋਟੀ ਦਿਓ, ਮੇਰੇ ਕੱਪੜੇ ਦਿਓ, ਤੇ ਮੈਨੂੰ ਹੁਣ ਰੱਬ ਰੱਬ ਕਰਨ ਦਿਓ, ਮੈਂ ਨਹੀਂ ਹੁਣ ਕੁਝ ਕਰ ਰਿਹਾ। ਅਰਫੁਨ ਬਰਸ 50 ਤੇ ਤਜੈ ਸਰਬ ਜੰਜਾਲ। ਪਰ ਮਨ ਮਾਇਆ ਮੋਹਿਆ, ਮਨ ਮਾਇਆ ਦਾ ਮੋਹਿਆ, ਮਾਇਆ ਕੇ ਸੰਗਲ। ਇਹ ਸੰਗਲ ਨ ਉਹਦੇ ਆਪਣੇ ਇਸ ਤਰੀਕੇ ਦੇ ਸੰਗਲ ਨ, ਮੋਹ ਦੇ ਸੰਗਲ ਦੇ ਨਾਲ ਬੰਨ ਲਿਆ। ਔਰ ਫਿਰ ਬੰਨ ਕੇ ਤੈਨੂੰ ਮੋਹ ਵਾਲਾ ਜਿਹੜਾ ਹੈ, ਇਹਨੂੰ ਬੰਨ ਕੇ ਧਰਮ ਰਾਜ ਦੇ ਪੇਸ਼ ਕੀਤਾ ਜਾਂਦਾ ਕਿ ਆਹ ਹੈ ਜੀ, ਗਿਆ ਸੀ ਨਾਮ ਜਪਣ ਵਾਸਤੇ ਤੇ ਉੱਥੇ ਪਰਿਵਾਰ ਦਾ ਹੀ ਮੋਹ ਕਰਦਾ ਰਿਹਾ, ਰੱਬ ਦੇ ਨਾਂ ਦਾ ਕੋਈ ਮੋਹ ਨਹੀਂ ਕਰਿਆ। ਤੇ ਫਿਰ ਧਰਮ ਰਾਜ ਨੂੰ ਹੁਕਮ ਹੈ, ਬੈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਅਮਰ ਸਲਾਨੋਂ ਲੇਖਾ ਦੇਣਾ, ਆਏ ਕਠਨ ਦੂਤ ਜਮ ਲੈਣਾ। ਕਿਆ ਤੈਂ ਖਟਿਆ, ਕਹਾਂ ਗਵਾਇਆ, ਕਿੱਥੋਂ ਗਵਾ ਕੇ ਆਏ, ਕੀ ਖਟਿਆ ਸੀ, ਇਹ ਤੈਨੂੰ ਪੁੱਛਿਆ ਜਾ। ਨਾਨਕ ਆਖੈ ਰੇ ਮਨਾ, ਸੁਣਿਆ ਸਿੱਖ ਸਹੀ, ਰੇਖਾ ਲੇਖਾ ਰੱਬ ਮਗੇਸ਼ੀਆ ਬੈਠਾ ਕੱਟ ਬਹੀ। तो इस करके ना दूसरा अर्थ ये भी है संप्रदा दे विच कि माया के संगल बांध लिया। वो मायावी संगल न ऐ लोहे दे संगल नहीं है, उन्हां दे बंधन भी सूखमन, उन्हां दे नाल तैनूं बन लिया उत्थे धर्मराज दे लियाण वास्ते। ते पंडित जी दा तां पादे जी दा तां सारा निमरता तो आया ही सी, बैराग दे विच आ गया। कहंदा गरीब नवाज मेरे कपाड़ खोल दिते, ए महते दे बरखरदारा, जगत दा मालिक, तू कल्याण चंद दे घर पुत्र बन के आ गया। मैं तां सैकड़े बार तेनों डंडौतां करदा हाँ, रोम रोम करके मेरे परमेश्वर जी मैनू संथा देण वाले, मेरे पादा बन वाले, तू आप पादा बन के आया। ये दुनिया के पादा तो नकली है। हुण अगे फिर कहते होर पादा जी सुनो, ये तो कल्ले कक्के अखर की पढ़ाई है। कहते सारा पढ़ाऊँ तेनों 35 अखर पढ़ा देने, मुड़ के तेनों पादा जी पढ़न की लोड़ नहीं पऊगी। होर हुण अगे दसदे हां जी, खखा खुंदकार साह आलम। कखे अखर द्वारा कहते हैं कि वाहिगुरु परमेश्वर उसकी सर्वगता दसदे है। खुंदकार ये दो अर्थ न। खुंदकार जे तो फारसी का मनीए, फारसी दे विच तां इहदा होर अर्थ है। फारसी दे विच तां कहंदे 7 वलैतां दा जिहड़ा राजा होवे उहनूं कहंदे खुंदकार। एक वलैत दा एक मुल्क दा राजा हो गया राजा। 7 मुल्कां दे राजे नूं ये मुगलों के वेले पुराने समय के अंदर उन्हां दी भाषा है। जे खुंदकार कहता मतलब 7 वलैतां दा राजा। ते दूसरा है खुंदकार धोबी के पटड़े का किला।
मैं अंदले की टेक तेरा नाम खुंदकार। ਇਹਦਾ ਮਤਲਬ क्योंकि दोने तरह के सिद्धांतों के ये तो है सी पद अर्थ भी धोबी के पटड़े किले नूं भी खुंदकार कहते हैं ते सत्तां बलैथां दे बादशाह नूं भी खुंदकार कहते हैं। मारे कहते खखा अखर कहते हैं खखे अखर द्वारा खुंदकार शब्द अगे कहता साह आलम। ਇਹਦੇ ਵਿੱਚ ਹੁਣ ਆਲਮ ਸ਼ਬਦ ਸੂਚਨਾ ਦਿੰਦਾ ਹੈ ਕਿ ਮਹਾਰਾਜ ਸਾਹਿਬ ਜੀ ਨੇ ਫਾਰਸੀ ਦੇ ਸ਼ਬਦ ਇੱਥੇ ਵਰਤੇ ਹੈ ਤੇ ਇਹਦਾ ਮਤਲਬ ਇੱਥੇ ਖੁੰਦਕਾਰ ਦਾ ਅਰਥ ਵੀ ਫਾਰਸੀ ਅਨੁਸਾਰ ਸੱਤਾਂ ਬਲੈਤਾਂ ਦਾ ਬਾਦਸ਼ਾਹ ਹੀ ਬਣੇਗਾ। ਖੱਖਾ ਖੁੰਦਕਾਰ ਸਾਹ ਆਲਮ। ਆਲਮ ਸਾਰੀ ਦੁਨੀਆ ਦਾ ਨਾਮ ਹੈ, ਸਾਰੀ ਕਾਇਨਾਤ ਜੋ ਹੈ। ਉਹ परमेश्वर जिहड़ा वाहिगुरू है सारी दुनिया का शाह शाहूकार है, सारी दुनिया का साहो बादशाह है। राजान राज पानान पान देवान देव उपमा महान सिर साहां दे साहो। वो सारे बादशाह का बादशाह है। इस करके खखै खुंदकार सौ आलम ऐसा जड़ा परमेश्वर है। अगे दसते हैं जी कार खरीद जिन खर्च दिया। जिस परमात्मा ने ये जड़ी जिस परमेश्वर ने करना करन दा रचन दा इस सृष्टि नूं रचिया है ते शरीर नूं पैदा करन रूप खरीदिया है। ये उहदी खरीद है जिहड़े 84 लाख जोना बना दित्तियां और कल्ले पैदा ही नहीं कीते। उस वाहिगुरू ने कर खरीद दोबारे बोलो कर खरीद जिन खर्च दिया। जिसने कर करके रचना करके जीवां नूं खर्चण वास्ते एक धन दिता है बड़मुला। वो किहड़ा है? उस धन दे एक टके दे बदले दुनिया का धन जिहड़ा जीरो है वो धन है श्वासां दा। ये खर्चण वास्ते खर्च दिता है। जदों जन्म लिया साडे खजाने दे विच इन्नी करंसी सी श्वासां दी भरिया पिया सी खजाना ते असीं खर्चना शुरू कर दिता है ते वो मुकना शुरू हो गया। मुकदियां मुकदियां जदों सारा खजाना खाली हो गया ना बस उदों समझ लो देह श्वासां तो खाली हो जाएगी। ये समझ लो भी देह दे अंदर श्वासां का खजाना मुक गया तो उत्थे हुण ढेला भी नहीं रहा। फिर बाकी की है? काढो होई लै जाओ बई लै जाओ। की करना हो रख के भावें मड़ियां च लै जाओ भावें कबरां च लै जाओ भावें पानी दे विच प्रवाह कर दो घर नहीं रखना हुण लै जाओ छेती। कल तू कहंदा सी मकान मेरा मैं अपने लिए बनाया है ते अज तेरी अर्थी जा रही है। उहदे विचों अर्थी कहंदी है जांदियां जांदियां ओ संसार दे लोगों मैं गलती कर बैठा। मैं घर नूं अपना घर मन्निया, मैं अपने संबंधियों अपने मन्निया ते अज मैनूं पता लग्या ते मेरा तो कोई भी नहीं है। जीव आत्मा जांदा संदेश देंदा है आ जिहड़ी मेरी लाश जा रही है मेरी अर्थी जा रही है। वो संसार दे लोगों समझ लो मेरे को तो ये बना रही ये भी लकड़ा च दे देनी तुसीं मेरा तो कुछ भी नहीं रहा। फिर पश्चाताप है मैं आया की करन सी ते गवा के जा रहे हैं। मैं कैसा व्यापारी सी नफा का की घटना सी पूंजी भी गवा बैठा मैं तो श्वासां दी पूंजी ये तेनों खर्च दिता सी। किसी नौकर नूं किसी मालक ने
खर्च दे के भेजा कि जा बई ये नाल तू फलाना सौदा खरीद के लिया। वो सौदा तो खरीदे ना, पैसे खर्चे आवे तो फिर नौकर दे नाल फिर हिसाब किताब तो करूगा ही मालिक। तो फिर हुण जिन्हें भी आपां नूं स्वाद दिते ना, ਉਹਦਾ ਪੁੱਛੂਗਾ, ਇੱਕ ਇੱਕ ਸਵਾਸ ਦਾ ਲੇਖਾ ਪੁੱਛੂਗਾ। ਰਤਿਓਂ ਮਾਸਾ ਤੋਲ ਕਢਾਏਗਾ, ਇੱਕ ਇੱਕ ਸਵਾਸ ਦਾ ਲੇਖਾ ਹੈ। ਭੁੱਲ ਜਾਓ ਇਹ ਗੱਲ ਵੀ ਸਾਨੂੰ ਕੋਈ ਪੁੱਛਣ ਵਾਲਾ ਨਹੀਂ ਹੈ, ਇਹ ਗੱਲ ਭੁੱਲਣ ਵਾਲੀ ਹੈ। ਹਰ ਗੱਲ ਦੇ ਉੱਤੇ ਰੱਬ ਨੇ ਨਜ਼ਰ ਰੱਖੀ ਹੈ। ਕਿਵੇਂ ਬੈਠਦਾ ਹੈ, ਕਿੱਥੇ ਬੈਠਦਾ ਹੈ, ਕਿੱਥੇ ਜਾ ਰਹੇ हैं, ਕੀ ਕਰ ਰਹੇ हैं, ਕੀ ਵੇਖ ਰਹੇ हैं, ਕੀ ਸੁਣਦਾ है, ਕੀ ਬੋਲਦਾ है, ਕੀ ਖਾਂਦਾ है, ਕੀ ਪਹਿਨਦਾ है। एक कीड़े ते भी नजर रखी है। कीड़े ते तुसी आपकी गल तो छड्डो, खसमे नदरी कीड़ा आवे जेते चुगे दाने, ओ तां उत्थे भी दृष्टि है। कीड़ा दाने किने खा लिया, भाई हद हो गई। साडे मनुखी मन ते भी इस अज्ञानी मन नूं की कहिए, निक्का जिहा बच्चा 5 साल का खड़ा होवे, बच्चा जिहड़ा सब तो बड़ा गुनाह है ना काम वासना का, वो बच्चे तो डरदा मारा करदा नहीं, कहता न्याणा दस देगा किसी बेइज्जती हो जूगी मेरी। बई बलिहार जाइए ते 5 साल के बच्चे तो डरदा ते रब तो डरदा ही नहीं। सद सुनदा सद वेखदा, वो सदा ही देख रहा है, सदा ही सुनता है। अंतरजामी सब कुछ जाने, रब नूं अनजान समझ लिया। कर लो जो करना है, किहड़ा कोई देखता है, अगों देखा है, पिछों देखा है। अगों तो देखता, मुरे तो नहीं देख रहा कोई, तो पिछा मुड़ के देखता है, सज्जे खब्बे कहना हाँ हुण कोई नहीं, मैनूं कोई नहीं देखता। पर मार के तुझते कहाँ छुपावे, ते तो किवें छिपेगा, नहीं छिप सकता। ये गल जदों समझ आ गई, बंदा गुनाह नहीं करता। जिन्ना च समझ ना आवे, हर रोज गुनाह करूगा। महापुरुषों ने एक प्रसंग सुनाया सी, इहदे नाल मिल रहा है। वो कहंदे एक महात्मा दे कोल 2 शिष्य आए, शिष्य बनने वास्ते 2 बंदे आए। महाराज अपने चेले बना लो। वो कहते भी देख, जे मैं चेले बनाने वाला संत होंदा ना, तो मेरा डेरा चेलियां नाल भरिया होंदा, मैं नहीं ये काम करना, जाओ किसी होर नूं गुरु बना लो। नहीं जी, सानू पता लग्या भी तुसीं जीवां दा भला कर सकदे हो, समर्थ है, तुहानूं चेले बनाउण दा लालच नहीं ना, इसे करके तुहाडी महानता भी है, पर तुसीं जी सानू उपदेश दिओ। अच्छा, कहता भी मैं परखूँगा, जे सही साबित हो गए मैं चेला बना लूँगा, नहीं अपने घर में चले जाओ। कहते ठीक, बह जाओ। संतां ने अपना काम शुरू करता, चेलियां नूं नहीं पता लगता। ये किसी प्रेमी नूं कह के कबूतर मंगा लिया, कबूतर मंगा के वो पिंजरे दे विच पालिया होया, उन्होंने पाई चोगा पाओ पानी पाओ करते रहे। एक दिन कहते दोनों चेलियां 2 कबूतर सी, जोड़ा सी कबूतरों का। एक चेले नूं कहते भाई गल सुन, कहते कि मेरा जी कर लगा मांस खाण नूं, भी आ एक कबूतर फड़ जाके इहनूं मार के लिया। वो जिहड़ा पहला सी चेला वो कहता इत्थे मार देना। कहते तैनूं अकल नहीं हैगी, लोग की कहणगे, आपां तां लोकां दा मांस छडाउने आ, धर्मी बंदे हैं, धर्मी बंदे नूं जे काम करना हो थोड़ा जिहा लुक के करना चाहिए, करते हैं इस तरह। धर्मी बंदे जिहड़े ना वो कहते इहो जिहा पर्दा पाओ बाहर महानता बनी रहे, ते अंदरों भावें खोखले हो जाए धर्म। इनू जाके इहो जे थां मारना जिथे कोई ना देखता हो। कहते जी चलो ठीक है, कहते ऐ कर भी कम्मे निबेड़ दो,
नाले जो एक मर गया दूजे ने किहड़ा जिउंदा, दूजे नूं कहंदा आ तूं लै जा, तूं दूजे पासे नूं जा, ये दोने मार के लियाओ अर लको लिओ, मरन तो बाद इहनूं बाहर नहीं दिसना चाहिए। कहंदे गुरु जी फिक्र ना करो सर। तो बस इन्ना की गल है भी वो जिहड़ा पहला चेला सी कहंदा जी मैं दाल साहब जी बहुत वधिया बना लेना भी, अज मैं बना दूंगा है फिर थोड़ा भोरा मैनू भी दे दिओ, तो इस करके भी चलो मैं कर आना है काम। कहते ठीक है गया, तो जाके जी उन्हें तो मिनट एक लाया, गर्दन मरोड़ी करके लिया के कहना लो गुरु जी आते, कहता बह जा दूजे नूं जा लैण दे, इकट्ठे ही बनावांगे। दूजा आ गया साब तुकने लैके, कहते जी आ लो, कहते की गल मारिया नहीं, कहते जी चेला बनाओ चाहे ना बनाओ भी मेरे तो मरे नहीं। क्यों? कहते थोड़ी शर्त एडी बड़ी सी, तुसीं कहा जिथे कोई ना देखता हो। कहते फिर कहता मैं जंगल चलिया गया, उत्थे मारन लगे, कहते जानवर देखी जाने ये वाल, ये जानवर अग नहीं देखी जाओगे। कहना मैं क्या इतने मिनट, फिर मैं एक होर उत्थे चलिया जिथे जानवर नहीं सी। कहता एक कोठा जा सी जंगल के, कहता उहदे च जा वड़िया, जानवर उत्थे कोई नहीं सी देखता। कहता कबूतरे मेरे को नहीं देखी जावे। मैं क्या भी ये तो गल माड़ी है। कहता कबूतर दी अखां 'च पट्टी बन्नती। कहता फिर कहता मैं क्या भी गुरु जी ने कहा कोई ना देखता, मैं ही देख रहा हूँ। कहता फिर मैं अपनी अखां 'ते पट्टी बन ली। जल लग्या मुड़, कहता अंदर तो आवाज़ आई, वो मूर्ख है रब तो सारी जगह ही देखता। कहन लगा जी मैं कबूतर दी पट्टियां भी खोलतियां, अपनी अखां की पट्टी भी खोलती, आ संभो कबूतर ते मैनू दिओ आ गया, चेला बनाओ ना बनाओ, पर मैं थोड़ी शर्त नहीं पूरी कर सकिया। कहते बह जा, पट्टी तेरे अखां तो खुल गई, ये अखां ते बनी हुई है जिहड़ा मार के आए, जाओ दफा हो इथों, अज तू कबूतर मारिया कल नूं मेरी गर्दन भी मरोड़ेगा। मैं तो परखना की सी, जेड़े मेरे शिष्य नूं ये गल समझ आ गई कि परमात्मा सारे देखदा, वो कभी गुनाह नहीं करेगा, गुनाही बंदे में चेला नहीं बनाऊंगा। तो आपां फिर ये देखो भी जिहड़ा गुरु हर वेले सारी जगह देख रहा, जिन्हें 5 ककार दिते न, जिन्हें सानू बाणा दिता है, तो कुछ ना कुछ तो लाज रखनी पैगी उसकी। हाँ जे किते तिलकणबाजी संसार नूं कहंदे है, जदों बारिश पैंदी होवे, ये जरूरी नहीं है भी कि जिहड़ा कमज़ोर बंदा है वही डिगदा है। नहीं नहीं, चंगे चंगे नौजवान गलोटने खाते देखे, की हो गया जी पैर फिसल गया, पैर फिसल सकता है। बजर करैत हो सकती है, पर बजर करैत की जे मर गया तो सजा दूजियां नालों ज़्यादा होएगी। मूँह नहीं लाएगा वो कहता वो अदालत तुहानूं उत्थे दे दी, धर्मराज की कचहरी मेरा अमरधारी सिंह ना जावे, तुसीं पंजां दे पेश हो के गुनाह दस देना सी, मैं तुहानूं माफ़ कर दिंदा, जे तू पंजां दे माफ़ नहीं करा के आया तो हुण नरकां दे अग्गां विच साड़ूंगा। गुरु नहीं लिहाज करता, एक अखर की बेअदबी करने वाले को कहता मूँह ना लगी मेरे राम राय। सो इस करके वो परमात्मा सारी जगह देखता है, जिन्हें तेनों स्वासां का खर्च दिता है। और फिर वो वाहिगुरु जिहड़ा है, बंधन जाके सब जग बाधिया, जिस वाहिगुरु के हुक्म के बंधना विच ये सारा संसार बनिया हुआ है। हुक्म अंदर सबको बाहर हुक्म हुआ। जिस वाहिगुरु दे चेतन सत्ता दे करके सारा संसार बनिया हुआ। ये संसार चलता चेतन सत्ता का, ਉਹਦੇ सहारे तो बिना नहीं संसार चल सकता। ये संसार का बन बने चेतन सत्ता नहीं है, सहारा वो है। ये मकान खड़ा है, नीहां ते खड़ा है। जे बिरछ खड़ा है तो जड़ां के सहारे खड़ा है। 7 वस्तु दिखा नहीं करती, लेकिन सहारा वही होती है। इस तरह संसार दिसदा है, परमात्मा दिसदा नहीं, सत्ता देने वाला नहीं दिस रहा, संसार दिस रहा है। बस ये दृश्य नूं देख के उन्होंने देखना है। आ मकान देख के ही समझना है कि जड़ा यदि नींह हैगी कि मजबूत नहीं है, तो इस करके इन्नियां मंजिलों का मकान खड़ा है।
बस संसार ਨੂੰ देख के समझना ਇਹਨੂੰ सत्ता देने वाला है। हे पादा जी मारे कहते गुरु नानक साहब बंधन जाके सब जग बंधिया। ये संसार ਉਹਦੇ हुक्म ਦਾ ਬਣਿਆ ਹੋਇਆ है, वो तो हुक्म तो बिना नहीं है। अवरी का नहीं हुक्म पाया, अवरी नाम होरदा है। परमात्मा तो बिना इस संसार दे विच किसी होर दा हुक्म नहीं है। कि कोई अपनी मर्जी नाल जां देवते अपनी मर्जी कर लैण, दात अपनी मर्जी कर लेनी, हुक्म दे विच हो रहा सारा। ये संसार सारा हुक्म दे विच बनिया होया है। ते परालब्ध दत्ती है जीवां नूं। दुबारे फिर बोल दो जी। यही खखै खखै खुंदकार साह आलम, वो परमेश्वर जिहड़ा है ते खुंदकार वो परमेश्वर का जिहड़ा आलम तो हो गया ना सारे संसार का वाचक शब्द। साह हो गया बादशाह का वाचक। खखे अखर द्वारा कहा कि उसका नाम जिहड़ा है मैं अंधले की टेक तेरा नाम खुंदकारा। हुण ये अर्थ लगे जिमें धोबी दे पटड़े का हुण वाले जिन्होंने पटड़ी नहीं देखे वो उन्होंने वास्ते तो थोड़ा जिहा औखा भी लगूगा। पुराने समय दे विच नदियां दे घाटां दे उत्ते, घाट कहंदे सी उहदे किनारे दे उत्ते जगह बनाई हुंदी कपड़े धोण नूं। उहदे उत्ते जां तां पत्थर दी शिला रखी हुंदी सी भी हिले ना, खुली हुंदी सी नरम जमीन दे विच पानी पाउणा कपड़े धोणे। ਜਾਂ फिर एक साधन इस भी किला कट देना, किले के आसरे पटड़ा कर देना, पटड़े बह के कपड़े धोने हैं। महाराज कहते हैं पंडित जी परमात्मा जिहड़ा ना सारे सत्तां बलैतां दा की पूरे संसार का जो साह मालिक है उसका जिहड़ा नाम है कहते वो खुदकार की धोबी दे केले की तरह आसरा है जीव का। नाम तो बिना आसरा हुए। नाम के तारे सगले जंत, नाम के तारे खंड ब्रह्मांड। खुदकार आसरी का नाम, तेरा नाम खुदकार। कके खुदकार सा आलम वो जड़ा वाहिगुरु है। कर खरीद जिन खर्च दिया, जिस वाहिगुरु ने जिस वाहिगुरु ने अकाल पुरख ने ये संसार नूं ब्रह्मा रूप हो करके कर कीता भांडे पैदा किए और फिर उसने विष्णु रूप हो करके इहदे विच रोजी देण दा खर्च दिता। रोजी दे रहा है, भांडे खाली थोड़ी छड्डने। ऐसा जो परमेश्वर वाहिगुरू है वो परमात्मा जिहड़ा जिन खर्च दिया परालब्ध रूपी खर्च दिता है। परालब्ध लिख दी है, ये खर्च दिता है। पहले अर्थ सौसां दा सी, हुण ये परालब्ध जिहड़ी है परालब्ध पहला बनती है। हुण ये इन्ना अखर कहण दे नाल समझ तो आ नहीं सकती। परालब्ध की है, 3 प्रकार का कर्म होंदा है सास जी। संचित, परालब्ध, किरेमान। किरेमान हुण जिहड़ा असीं कर रहे हाँ, देखण दे नाल भी कर्म बन रहा है। तो किसी की धी भैन कनी माड़ा देख लिया, माड़ा कर्म बन गया। तो चंगा देख लिया, चंगा कर्म। देखण नाल भी, सुनण नाल भी, बोलण नाल भी एक क्रिया जिहड़ी हो रही है। और इहदे भी एक नुकता है, अभिमान सहित क्रिया जिहड़ी है वो कर्म पैदा करती है। सुते सिद्ध क्रिया जिहड़ी वो कर्म नूं जन्म नहीं देती। जिहदे साडा अहंकार मिल गया ना उहनूं कहंदे आ भी ये जिहड़ा कर्म शास्त्र कहंदे उहदा कर्म बनेगा। ब्रह्म ज्ञानी की क्रिया सुते सिद्ध हो जाती है, हंगता तो रहत हुंदे, इस करके उहदा कर्म ही नहीं बनता, ना चंगा ना माड़ा। ये है कर्म क्रिया जिहड़ी है ना, इनू क्रियमान कर्म कह दिता जो क्रिया करके बने।
ਕਿਰੇਮਾਨ ਕਰਮ ਜਿਹੜਾ ਅੱਗੇ ਸੰਚਿਤ ਕਰਮ ਬਣ ਜਾਂਦਾ ਹੈ। ਸੰਚ ਨਾਮ ਇਕੱਠੇ ਕਰਨ ਦਾ ਹੈ। ਜਨਮਾਂ ਜਨਮਾਤਰਾਂ ਦੇ ਕਰਮ ਇਕੱਠੇ ਹੁੰਦੇ ਗਏ ਕਰਮਾਂ ਦਾ ਬੜਾ ਢੇਰ ਬਣ ਗਿਆ। ਇਹ ਪਰਮਾਤਮਾ ਫਿਰ ਉਹਦੇ ਵਿੱਚੋਂ ਜਿਵੇਂ ਦੋ ਤਰ੍ਹਾਂ ਦਾ ਅਨਾਜ ਦੀ ਕਲਪਨਾ ਕਰ ਲਓ, ਛੋਲਿਆਂ ਦੇ ਦਾਣੇ ਵੀ ਹੋਣ, ਕਣਕ ਦੇ ਵੀ ਹੋਣ, ਦੋਨੇ ਰਲੇ ਹੋਣ, ਤੇ ਉਹਨੂੰ ਸਾਸ ਜੀ ਬੇਰੜਾ ਕਹਿੰਦੇ ਆ ਵੀ ਦੋ ਚੀਜ਼ਾਂ ਮਿਲੀਆਂ ਹੋਈਆਂ। ਇਹ ਸੰਚਿਤ ਕਰਮ ਬੇਰੜਾ ਹੈ, ਇਹਦੇ ਵਿੱਚੋਂ ਉਂਜਲਾ ਭਰਦਾ ਹੈ ਰੱਬ। ਬ੍ਰਹਮਾ ਨੂੰ ਕਹਿੰਦਾ ਲੈ ਇਹਦਾ ਹੁਣ ਤੂੰ ਸਰੀਰ ਬਣਾ ਦੇ, ਉਹਨੂੰ ਕਹਿੰਦੇ ਨੇ ਪਰਾਲਬਧ। ਉਹਦੇ ਵਿੱਚ ਦੋ ਤਰ੍ਹਾਂ ਦੇ ਜਿਵੇਂ ਦਾਣਿਆਂ ਨੂੰ ਬੇਰੜਾ ਕਹਿੰਦੇ ਆ, ਸਾਡੇ ਦੋ ਤਰ੍ਹਾਂ ਦੇ ਕਰਮਾਂ ਨੂੰ ਸੰਚਿਤ ਕਰਮਾਂ ਦੇ ਕੀ ਨਾ, ਪਾਪ ਕਰਮ ਉਹਦੇ ਵਿੱਚ ਜਿਹੜੇ ਮਾੜੇ ਕਰੇ ਸੀ, ਪੁੰਨ ਕਰਮ ਉਹਦੇ ਵਿੱਚ, ਦੋਨਾਂ ਦਾ ਸਮਿਲਿਤ ਸਰੀਰ ਬਣਾ ਦਿੱਤਾ। ਕਿਤੇ ਕਿਤੇ ਕਣਕ ਦੇ ਦਾਣੇ ਜ਼ਿਆਦਾ ਹੋ ਜਾਂਦੇ, ਕਿਤੇ ਛੋਲਿਆਂ ਦੇ ਦਾਣੇ ਜ਼ਿਆਦਾ ਹੁੰਦੇ ਨੇ। ਉਹਦੇ ਅਨੁਸਾਰ ਫਲ ਕੀ ਮਿਲਦਾ ਹੈ? ਕਿਸੇ ਦੇ ਕਰਮਾਂ ਦੇ ਸਰੀਰ ਦੇ ਵਿੱਚ ਦੁੱਖ ਜ਼ਿਆਦਾ ਹੁੰਦੇ ਨੇ, ਕਿਸੇ ਦੇ ਸੁੱਖ ਜ਼ਿਆਦਾ ਹੁੰਦੇ ਨੇ। ਇਹ ਪਰਾਲਬਧ ਕਰਮ ਹੈ, ਇਹ ਭੋਗੇ ਤੋਂ ਬਿਨਾਂ ਜਾਂਦਾ ਨਹੀਂ। ਅਵਸ਼ ਮੇ ਗੁਰਤਿਨ ਕੀਰਤਨ ਕਰਮ ਕਿਹਾ ਹੈ, ਤੇ ਇਹ ਜਿਹੜਾ ਮੈਂ ਤੈਨੂੰ ਖਰਚ ਦਿੱਤਾ ਹੈ ਪਰਾਲਬਧ, ऐसा परमेश्वर वाहिगुरु है। परालब्ध भी खर्च दे दिता तेनू। बंधन जाके सब जग बाधिया, ते माया ने अज्ञान के बंधना दे विच सारे संसार नूं बंध दिता है। आया तो नाम जपण वास्ते सी, परालब्ध तेन शरीर देता सी नौका शरीर, पर यह बंधना च बनिया गया। अज्ञान दे इसनों बंधन पै गए। आवरी का नहीं हुक्म पाया, ये फिर इसे होर दा तां नहीं हुक्म इहदे च है, परमात्मा दा हुक्म है भी जे वेहे कर्म कमाव दे ते वेहो फल ते, तू ना कर माड़े कर्म। पादा जी ने नमस्कार कीती, महाराज साहब जी ने फिर सहजे सहजे उपदेश दिंदे है। अगे जिस पर गगे अखर द्वारा कहणगे इहदा सासी अर्थ रहिंदा भी है, ਜਾਂ ਤਾਂ ਫਿਰ ਕੱਲ੍ਹ ਨੂੰ ਪਹਿਲਾਂ ਇੱਥੋਂ ਸ਼ੁਰੂ ਕਰ ਲਾਂਗੇ, ਹੁਣ ਸਮਾਂ ਹੋ ਗਿਆ। ਗੁਰੂ ਕਿਰਪਾ ਕਰੇ ਮਹਾਰਾਜ ਸਾਹਿਬ ਜੀ ਦਾ ਇਹ ਉਪਦੇਸ਼ ਸਾਡੇ ਸਮਝ ਆਵੇ ਤਾਂ ਕਿ ਸਾਡੀ ਕਲਿਆਣ ਹੋਵੇ। ਇੱਥੇ ਸਮਾਪਤੀ ਹੈ। ਬਹੁਤ ਜੀ ਖੱਖਾ ਖੁੰਦਕਾਰ ਸਾਹ ਆਲਮ, ਕਰ ਖਰੀਦ ਜਿਨ ਖਰਚ ਦਿਆ, ਬੰਧਨ ਜਾ ਕੇ ਸਭ ਜਗ ਬਾਧਿਆ, अवरी का नहीं हुक्म पाया। वाहिगुरु जी का खालसा, वाहिगुरु जी की। हे गोबिंद हे गोपाल हे दयाल प्राणनाथ अनाथ सखे दर्द निवार, समर्थ अगम पूरन मोहे मया तार, अंधकूप महाभयान नानक पार उतार। आए प्रभु शरणागति कृपा निध दयाल, एक अखर हर मन बस नानक होत निहाल। वाहिगुरु नाम जहाज है, चढ़े सोतरे पार, सरदा कर सेव दे, पार उतारन हार। जो सरदा कर सेव दे, पार उतारन हार। वाहिगुरु जी का खालसा, वाहिगुरु जी की फतेह। बहुत बहुत